ਬਹੁਤ ਹੀ ਸਤਿਕਾਰਯੋਗ ਦਰਸ਼ਕੋ, ਪਾਠਕੋ ਅਤੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਸੁਰਜਨ ਜੀਰਵੀ ਦੀ ਪੁਸਤਕ ਇਹ ਹੈ 12ਵੀਂ ਸੰਸਾਰ ਉੱਪਰ ਚਰਚਾ ਸ਼ੁਰੂ ਕਰ ਰਹੇ ਹਾਂ। ਇਸ ਪੁਸਤਕ ਵਿੱਚ ਕੁੱਲ 21 ਲੇਖ ਹਨ ਅਤੇ ਇਹਨਾਂ ਸਾਰੇ ਦੇ ਸਾਰੇ ਲੇਖਾਂ ਉੱਪਰ ਆਪਾਂ ਲਗਭਗ 21 ਲੈਕਚਰ ਤਿਆਰ ਕਰਾਂਗੇ। ਵਿਦਿਆਰਥੀਓ, ਇਸ ਵਾਰਤਕ ਸੰਗ੍ਰਹਿ ਦੇ ਪਹਿਲੇ ਲੇਖ 20ਵੀਂ ਸਦੀ ਦੇ ਅਖੀਰਲੇ ਦਹਾਕੇ ਨੂੰ ਕੀ ਨਾਂ ਦਿੱਤਾ ਜਾਵੇ ਸਿਰਲੇਖ ਅਧੀਨ ਹੈ। ਆਓ ਇਸ ਲੇਖ ਦੀ ਪੜ੍ਹਾਈ ਕਰਦੇ ਹਾਂ। ਹਿੰਦੁਸਤਾਨ ਵਿੱਚ ਉਪਰੋਕਤ ਸਵਾਲ ਸ਼ਾਇਦ ਇੰਨੀ ਉਤਸੁਕਤਾ ਨਾ ਜਗਾਵੇ, ਪਰ ਪੱਛਮ ਵਿੱਚ ਇਹ ਤਿੱਖੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਵਿਦਵਾਨ ਪਹਿਲਾਂ ਇੱਥੋਂ ਦੇ ਇੱਕ ਸਰਕਰ ਦਾ ਦੈਨਿਕ ਟੋਰਾਂਟੋ ਸਟਾਰ ਨੇ ਆਪਣੇ ਪਾਠਕਾਂ ਨੂੰ ਇਸ ਚਰਚਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਲੇਖ ਨੂੰ ਲਿਖਣ ਦਾ ਸਾਲ 1998 ਹੈ। ਕਹਿਣ ਦਾ ਮਤਲਬ ਹੈ 20ਵੀਂ ਸਦੀ ਦੇ ਆਖਰੇ 10 ਸਾਲ। ਉਹਨਾਂ 10 ਸਾਲਾਂ ਵਿੱਚੋਂ ਕੇਵਲ 8 ਸਾਲ ਹੀ ਬੀਤੇ ਸਨ ਜਦੋਂ ਇਸ ਲੇਖ ਨੂੰ ਲਿਖਿਆ ਗਿਆ। ਇਸ ਕਰਕੇ ਇਸ ਲੇਖ ਵਿੱਚ ਆਏ ਸਾਰੇ ਵਿਚਾਰਾਂ ਨੂੰ 1998 ਵਿੱਚ ਲਿਖੇ ਹੋਏ ਵਿਚਾਰਾਂ ਦੇ ਰੂਪ ਵਿੱਚ ਹੀ ਆਪਾਂ ਪੜ੍ਹਾਂਗੇ। ਨਿਰੋਲ ਪੱਛਮੀ ਜਾਵੀਏ ਤੋਂ ਵੀ ਇਹ ਦਹਾਕੇ ਨੂੰ ਕੋਈ ਢੁਕਵਾਂ ਨਾ ਦੇ ਸਕਣਾ ਇੰਨਾ ਸੌਖਾ ਮਾਮਲਾ ਨਹੀਂ। ਉਂਝ ਵੀ ਇਸ ਦਹਾਕੇ ਨੂੰ ਪੂਰਾ ਹੋਣ ਵਿੱਚ ਅਜੇ 2 ਸਾਲ ਬਾਕੀ ਹਨ। ਕੌਣ ਜਾਣਦਾ ਹੈ ਕਿ ਅੱਜ ਦੇ ਚੁਣੇ ਨਾਂ ਨੂੰ ਭਲਕੇ ਦੀਆਂ ਘਟਨਾਵਾਂ ਗਲਤ ਜਾਂ ਅਢੁਕਵਾਂ ਸਾਬਤ ਨਹੀਂ ਕਰ ਦੇਣਗੀਆਂ। ਸਿਆਸੀ ਜਾਂ ਆਰਥਿਕ ਜ਼ਲਜ਼ਲੇ ਦਾ ਲੋਕ ਰਾਏ ਵਿੱਚ ਜਵਾਰ ਭਾਟੇ ਮਾਰਾਂ ਦੀਆਂ ਗਿਣਤੀਆਂ ਮਿਣਤੀਆਂ ਦੀ ਪ੍ਰਵਾਹ ਥੋੜ੍ਹਾ ਕਰਦੇ ਹਨ। ਜਿਹੜਾ 20ਵੀਂ ਸਦੀ ਦਾ ਆਖਰੀ ਦਹਾਕਾ ਸੀਗਾ 1990 ਤੋਂ ਲੈ ਕੇ 2000 ਪੂਰੇ ਤੱਕ, ਇਹਨਾਂ 10 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਬਹੁਤ ਵੱਡੀਆਂ ਘਟਨਾਵਾਂ ਵਾਪਰ ਗਈਆਂ ਸਨ, ਜਾਂ ਇਸ ਤੋਂ ਪਹਿਲੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਦੇ ਪ੍ਰਭਾਵ ਇਹਨਾਂ 10 ਸਾਲਾਂ ਵਿੱਚ ਦਿਖਣੇ ਸ਼ੁਰੂ ਹੋ ਗਏ ਸਨ। ਸੋ ਇਹ 10 ਸਾਲ ਸਾਰੀ ਦੁਨੀਆ ਦੀ ਅਰਥ ਵਿਵਸਥਾ ਅਤੇ ਰਾਜਨੀਤਿਕ ਪੱਧਰ 'ਤੇ ਬੜੇ ਉਥਲ-ਪੁਥਲ ਵਾਲੇ ਸਾਲ ਸਨ। ਇਹਨਾਂ 10 ਸਾਲਾਂ ਨੂੰ ਨਾਂ ਕੀ ਦਿੱਤਾ ਜਾਵੇ, ਇਸ ਵਿਸ਼ੇ ਨੂੰ ਮੁੱਖ ਰੱਖ ਕੇ ਸੁਰਜਨ ਜੀਰਵੀ ਨੇ ਇਹ ਲੇਖ ਲਿਖਿਆ ਹੈ ਤੇ ਨਾਲ ਹੀ ਇਹਨਾਂ 10 ਸਾਲਾਂ ਦੇ ਵਿਸ਼ਵ ਪੱਧਰ ਦੇ ਹਾਲਾਤ ਬਿਆਨ ਕੀਤੇ ਹਨ। ਇਸ ਦਹਾਕੇ ਦੇ ਨੇੜੇ ਤੇੜੇ ਹੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਪੱਛਮੀ ਤਾਕਤਾਂ ਨੂੰ ਤਾਂਘ ਤਾਂ ਸੀ, ਪਰ ਆਸ ਉੱਕਾ ਹੀ ਨਹੀਂ ਸੀ। ਕਹਿਣ ਦਾ ਮਤਲਬ ਪੱਛਮੀ ਤਾਕਤਾਂ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ ਆਦਿ ਤੇ ਹੋਰ ਬਹੁਤ ਸਾਰੇ ਵਿਕਸਿਤ ਦੇਸ਼ ਹਨ, ਇਹ ਸਾਰੇ ਵਿਕਸਿਤ ਦੇਸ਼ ਪੂੰਜੀਵਾਦ ਦੀ ਚਪੇਟ ਵਿੱਚ ਆ ਕੇ ਸਰਮਾਇਆ ਇਕੱਠਾ ਕਰਨ ਅਤੇ ਬਾਕੀ ਸਾਰੀ ਦੁਨੀਆ ਤੇ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦੇ ਸਨ। ਇਹਨਾਂ ਦੀ ਇਹ ਸੋਚ ਬੜੇ ਚਿਰ ਤੋਂ ਚੱਲ ਰਹੀ ਸੀ, ਲਗਭਗ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਤੇ ਇਹਨਾਂ ਨੇ ਆਪਣੀ ਇਸ ਸੋਚ ਨੂੰ ਨੇਪਰੇ ਚਾੜ੍ਹਨ ਲਈ ਦੁਨੀਆ ਭਰ ਦੀਆਂ ਗਤੀਵਿਧੀਆਂ 'ਤੇ ਧਿਆਨ ਰੱਖਿਆ ਤੇ ਉਹਨਾਂ ਗਤੀਵਿਧੀਆਂ ਦੇ ਆਧਾਰ 'ਤੇ ਆਪਣੀ ਆਰਥਿਕਤਾ ਤੇ ਆਪਣੀ ਰਾਜਨੀਤਿਕ ਸੱਤਾ ਬਾਰੇ ਸੋਚਣਾ ਸ਼ੁਰੂ ਕੀਤਾ। ਜਿਸ ਸਾਲ ਸੋਵੀਅਤ ਯੂਨੀਅਨ ਟੁੱਟਿਆ, ਉਸੇ ਸਾਲ ਪੈਂਟਾਗਨ ਨੇ ਆਪਣੇ ਬੇਹਿਸਾਬ ਖਰਚਿਆਂ ਵਿੱਚ ਇੱਕ ਆਖ ਕੇ ਹੋਰ ਬਹੁਤ ਵੱਡੇ ਵਾਧੇ ਦੀ ਮੰਗ ਕੀਤੀ ਸੀ ਕਿ ਲਗਾਤਾਰ ਵੱਧ ਰਹੇ ਸੋਵੀਅਤ ਖਤਰੇ ਤੋਂ ਅਮਰੀਕਾ ਇਸ ਲਈ ਅਵੇਸਲਾ ਨਹੀਂ ਹੋ ਸਕਦਾ ਕਿ ਗੋਰਬਾਚੇਵ ਦੋਸਤੀ ਤੇ ਗਲਾਸਨੋਸਤ ਦੀਆਂ ਗੱਲਾਂ ਕਰਦਾ ਹੈ। ਸਰਬ ਗਿਆਤਾ CIA ਦੀਆਂ ਉਸ ਵੇਲੇ ਦੀਆਂ ਰਿਪੋਰਟਾਂ ਵੀ ਪੈਂਟਾਗਨ ਦੇ ਕਾਨੂੰਨਾਂ ਦੀ ਹੀ ਪੁਸ਼ਟੀ ਕਰਦੀਆਂ ਸਨ। ਸੋਵੀਅਤ ਯੂਨੀਅਨ ਦਾ ਢੱਠਣਾ ਉਸਦੇ ਦੁਸ਼ਮਣਾਂ ਤੇ ਦੋਸਤਾਂ ਦੋਹਾਂ ਲਈ ਹੈਰਾਨਕੁੰਨ ਵਰਤਾਰਾ ਸੀ। ਦੂਸਰੇ ਪਾਸੇ ਜਿਸ ਏਸ਼ੀਆਈ ਫਲੂ ਨੇ ਇਸ ਪਛੜੇ ਹੋਏ ਮਹਾਂਦੀਪ ਦੇ ਉੱਭਰਦੇ ਸਿਤਾਰਿਆਂ ਦੱਖਣੀ ਕੋਰੀਆ, ਫਾਰਮੂਸਾ, ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ ਦੇ ਅਰਥਚਾਰਿਆਂ ਨੂੰ ਦੇਖਦਿਆਂ ਹੀ ਦੇਖਦਿਆਂ ਤਹਿਸ-ਨਹਿਸ ਕਰ ਦਿੱਤਾ, ਉਸ ਦਾ ਪੱਛਮ ਦੇ ਆਰਥਿਕ ਮਾਹਰਾਂ ਨੂੰ ਦੂਰ ਦਾ ਕਿਆਸ ਵੀ ਨਹੀਂ ਸੀ। ਵਿਸ਼ਵ ਪੱਧਰ 'ਤੇ ਬੱਚਿਓ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨਾਲ ਸਾਰੇ ਦਾ ਸਾਰਾ ਅਰਥਚਾਰਾ ਹੀ ਪ੍ਰਭਾਵਿਤ ਹੁੰਦਾ ਹੈ। ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਹੜੇ ਦੂਸਰੇ ਦੇਸ਼ਾਂ ਨਾਲ ਵਪਾਰ ਕਰਦੇ ਹਨ ਜਾਂ ਉਹਨਾਂ ਦੇ ਕੁਝ ਆਰਥਿਕ ਮਸਲੇ ਸਾਂਝੇ ਹੁੰਦੇ ਹਨ। ਇਸ ਕਰਕੇ ਸਾਰੇ ਦੇਸ਼ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ, ਜਾਂ ਕਿਸੇ ਇੱਕ ਦੇਸ਼ ਜਾਂ ਬਹੁਤੇ ਦੇਸ਼ਾਂ ਵਿੱਚ ਆਰਥਿਕ ਉਤਲ-ਪੁਤਲ ਮੱਚ ਜਾਂਦੀ ਹੈ ਤਾਂ ਇਸ ਦਾ ਪ੍ਰਭਾਵ ਸਾਰੇ ਵਿਸ਼ਵ 'ਤੇ ਹੋਣਾ ਲਾਜ਼ਮੀ ਹੁੰਦਾ ਹੈ। ਹੁਣ ਬੱਚਿਓ, ਆਪਾਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਏਸ਼ੀਆਈ ਫਲੂ ਕਰਕੇ ਕੈਨੇਡਾ ਅਤੇ ਅਮਰੀਕਾ ਵਰਗੇ ਧਨਾੜ ਤੇ ਆਪਣੇ ਆਪ ਦੇ ਵਿੱਚ ਵੱਡੇ ਦੇਸ਼ਾਂ ਦੇ ਉੱਤੇ ਕੀ ਪ੍ਰਭਾਵ ਪਏ। ਕੈਨੇਡਾ ਤਾਂ ਇੱਥੋਂ ਤੱਕ ਆਸ ਲਾਈ ਬੈਠਾ ਸੀ ਕਿ ਉਹ ਇਹਨਾਂ ਦੇਸ਼ਾਂ ਦੇ ਪ੍ਰਫੁੱਲਿਤ ਹੋ ਰਹੇ ਅਰਥਚਾਰਿਆਂ ਤੇ ਵੱਧ ਫੁੱਲ ਰਹੀਆਂ ਮੰਡੀਆਂ ਵਿੱਚ
ਭਾਈਵਾਲੀ ਪਾ ਕੇ ਆਪਣੇ ਵਿਗੜ ਰਹੇ ਆਰਥਿਕ ਮੰਦੇ ਉੱਤੇ ਕਾਬੂ ਪਾ ਲਵੇਗਾ। ਇਸ ਮੰਤਵ ਨਾਲ ਕੈਨੇਡਾ ਸਰਕਾਰ ਨੇ ਆਪਣੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪਹਿਲਾਂ ਇਹਨਾਂ ਦੇਸ਼ਾਂ ਵਿੱਚ ਉੱਚ ਪੱਧਰੀ ਵਪਾਰਕ ਟੀਮਾਂ ਭੇਜੀਆਂ ਅਤੇ ਬਾਅਦ ਵਿੱਚ ਇਹਨਾਂ ਦੇਸ਼ਾਂ ਦੇ ਮੁਖੀਆਂ ਦੀ ਇੱਕ ਵਿਸ਼ੇਸ਼ ਵਪਾਰਕ ਕਾਨਫਰੰਸ ਵੈਨਕੂਵਰ ਵਿੱਚ ਬੁਲਾਈ। ਪਰ ਇਸ ਕਾਨਫਰੰਸ ਦੇ ਪਹਿਲੇ ਹੀ ਦਿਨ ਥਾਈਲੈਂਡ ਦੇ ਸਿੱਕੇ ਦਾ ਭੱਠਾ ਬੈਠ ਜਾਣ ਦੀ ਖਬਰ ਆ ਗਈ। ਕਾਨਫਰੰਸ ਦੇ ਖਤਮ ਹੋਣ ਤੱਕ ਸਿਓਲ ਤੋਂ ਲੈ ਕੇ ਜਕਾਰਤਾ ਤੱਕ ਏਸ਼ੀਆਈ ਟਾਈਗਰ ਅਖਵਾਉਂਦੇ ਇਹਨਾਂ ਦੇਸ਼ਾਂ ਦੇ ਸਿੱਕੇ ਭੁੰਜੇ ਲੱਥ ਚੁੱਕੇ ਸਨ। ਜਿਸ ਜਾਪਾਨ ਤੋਂ ਇਹ ਉਮੀਦ ਰੱਖੀ ਜਾਂਦੀ ਸੀ ਕਿ ਆਪਣੇ ਮਜ਼ਬੂਤ ਆਰਥਿਕ ਆਧਾਰ ਕਾਰਨ ਉਹ ਏਸ਼ੀਆਈ ਸੰਕਟ ਨੂੰ ਠੱਲ ਪਾ ਸਕੇਗਾ, ਉਸ ਦਾ ਆਪਣਾ ਚੌਕਟਾ ਬੁਰੀ ਤਰ੍ਹਾਂ ਹਿੱਲ ਗਿਆ ਹੈ। ਸੋ ਬੱਚਿਓ, ਜਿਹੜਾ ਏਸ਼ੀਆ ਦੇ ਵਿੱਚ ਫਲੂ ਆਇਆ ਸੀ ਉਸਨੇ ਛੋਟੇ-ਮੋਟੇ ਦੇਸ਼ਾਂ ਤੇ ਤਾਂ ਪ੍ਰਭਾਵ ਪਾਉਣਾ ਹੀ ਸੀਗਾ। ਜਿਹੜੇ ਕਹਿੰਦੇ ਕਹਾਉਂਦੇ ਦੇਸ਼ ਸੀ, ਜਿਨ੍ਹਾਂ ਦੀਆਂ ਆਰਥਿਕ ਸਥਿਤੀਆਂ ਬਹੁਤ ਮਜ਼ਬੂਤ ਸਨ, ਜਿਨ੍ਹਾਂ ਦੇਸ਼ਾਂ ਕੋਲੇ ਬਹੁਤ ਸਾਰਾ ਪੈਸਾ ਸੀ, ਧਨ ਸੀ, ਉਹਨਾਂ ਦੇਸ਼ਾਂ ਦੀਆਂ ਆਰਥਿਕ ਸਥਿਤੀਆਂ ਵੀ ਗੜਬੜਾ ਗਈਆਂ ਸਨ। ਸੋ ਅਜਿਹੀਆਂ ਗੜਬੜਾਈਆਂ ਹੋਈਆਂ ਸਥਿਤੀਆਂ ਦਾ ਵਿਸ਼ਵ ਪੱਧਰ ਤੇ ਪ੍ਰਭਾਵ ਤਾਂ ਪੈਣਾ ਹੀ ਸੀ। ਕਿੱਥੇ ਕੈਨੇਡਾ ਏਸ਼ੀਆ ਵਿੱਚੋਂ ਆਪਣੇ ਲਈ ਰਾਹਤ ਦਾ ਸਮਾਨ ਲੱਭਦਾ ਸੀ ਅਤੇ ਕਿੱਥੇ ਉਸ ਦਾ ਆਪਣਾ ਡਾਲਰ ਡਿੱਕ ਡੋਲੇ ਖਾ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਵਿੱਚ ਕੈਨੇਡਾ ਡਾਲਰ ਦਾ ਮੁੱਲ ਇੰਨੀ ਬੁਰੀ ਤਰ੍ਹਾਂ ਡਿੱਗ ਰਿਹਾ ਹੈ ਕਿ ਇੱਥੋਂ ਦੇ ਆਰਥਿਕ ਮਾਹਰ ਤੇ ਨੀਤੀਵਾਨ ਬੁਰੀ ਤਰ੍ਹਾਂ ਚਕਰਾ ਗਏ ਹਨ। ਉਹ ਫਿਕਰਮੰਦ ਹਨ ਕਿ ਇਹ ਰੋਡ ਕਿੱਥੇ ਜਾ ਕੇ ਰੁਕੇਗਾ। ਜਿਨ੍ਹਾਂ ਆਰਥਿਕ ਮਾਹਰਾਂ ਨੂੰ ਕੱਲ੍ਹ ਤੱਕ ਇੰਨਾ ਯਕੀਨ ਸੀ ਕਿ ਏਸ਼ੀਆਈ ਫਲੂ ਨੂੰ ਸ਼ਾਂਤ ਮਹਾਸਾਗਰ ਨਹੀਂ ਟੱਪਣ ਦਿੱਤਾ ਜਾਵੇਗਾ, ਉਹ ਹੁਣ ਇੰਨੇ ਪੁਰਯਕੀਨ ਨਹੀਂ ਰਹੇ। ਕਹਿਣ ਦਾ ਮਤਲਬ ਕਿ ਏਸ਼ੀਆਈ ਫਲੂ ਨੇ ਪੱਛਮੀ ਦੇਸ਼ਾਂ ਦੀ ਆਰਥਿਕਤਾ ਉੱਤੇ ਵੀ ਬਹੁਤ ਪ੍ਰਭਾਵ ਪਾਏ। ਇਸ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਕਿ ਟੋਰਾਂਟੋ ਸਟਾਰ ਦੇ ਪਾਠਕਾਂ ਨੇ ਇਸ ਦਹਾਕੇ ਲਈ ਨੈਸਟੀ 19 ਦਾ ਨਾਂ ਤਜਵੀਜ਼ ਕੀਤਾ ਹੈ। ਇਹ ਨਾਂ ਪਾਠਕਾਂ ਨੇ ਸਿਰਫ ਇਸ ਲਈ ਤਜਵੀਜ਼ ਨਹੀਂ ਕੀਤਾ ਕਿ ਕੈਨੇਡੀਅਨ ਡਾਲਰ ਦਾ ਭਾਅ ਡਿੱਗ ਰਿਹਾ ਹੈ। ਇਹ ਨਾਂ ਕੈਨੇਡਾ ਦੇ ਸਧਾਰਨ ਲੋਕਾਂ ਦੀ ਇਸ ਵੇਦਨਾ ਦਾ ਪ੍ਰਗਟਾਵਾ ਹੈ ਕਿ ਜਦੋਂ ਦਾ ਇਹ ਦਹਾਕਾ ਚੜ੍ਹਿਆ ਹੈ, ਉਹਨਾਂ ਲਈ ਕੋਈ ਚੰਗੀ ਖਬਰ ਘੱਟ ਹੀ ਲੈ ਕੇ ਆਇਆ ਹੈ। ਬੇਟਾ, ਇੱਥੇ 19 ਦਾ ਮਤਲਬ ਤਾਂ ਹੈਗਾ ਕਿ 1990 ਤੋਂ ਬਾਅਦ ਦਾ ਸਮਾਂ ਜਾਂ 1990 ਤੋਂ ਬਾਅਦ ਦੇ 10 ਸਾਲ। ਤੇ ਨੈਸਟੀ ਦਾ ਮਤਲਬ ਹੈਗਾ ਨੈਸ਼ ਜਾਂ ਘ੍ਰਿਣਿਤ, ਜਿਹਨੂੰ ਘ੍ਰਿਣਾ ਕੀਤੀ ਜਾ ਸਕਦੀ ਹੋਵੇ, ਜਿਹਨੂੰ ਹੇਟ ਹੋਵੇ ਬੰਦੇ ਨੂੰ। ਤਾਂ ਇਸ ਕਰਕੇ ਇਹਨਾਂ ਨੇ ਇਹ ਨੈਸਟੀ 19 ਦਾ ਮਤਲਬ ਹੈਗਾ ਕਿ 1990 ਤੋਂ ਲੈ ਕੇ 2000 ਤੱਕ ਦਾ ਸਮਾਂ ਜਿਹੜਾ ਲੋਕਾਂ ਵਾਸਤੇ ਬਹੁਤ ਨੈਸ਼, ਬਹੁਤ ਘ੍ਰਿਣਿਤ, ਬਹੁਤ ਮਾੜਾ ਤੇ ਜਿਸ ਨੂੰ ਹੇਟ ਕੀਤੀ ਜਾਂਦੀ ਹੋਵੇ, ਅਜਿਹਾ ਸਮਾਂ ਸੀ। 80ਵਿਆਂ ਦੇ ਅਖੀਰ ਤੱਕ ਕੈਨੇਡਾ ਵੈਲਫੇਅਰ ਸਟੇਟ, ਲੋਕ ਭਲਾਈ ਰਾਜ ਦਾ ਇੱਕ ਅਜਿਹਾ ਮਾਡਲ ਸੀ ਜਿਸ ਉੱਤੇ ਇਸ ਦੇ ਅਤ ਵਿਕਸਿਤ ਦੇਸ਼ ਅਤੇ ਸ਼ਕਤੀਸ਼ਾਲੀ ਗੁਆਂਢੀ ਦੇਸ਼ ਅਮਰੀਕਾ ਦੇ ਲੋਕ ਵੀ ਰਸ਼ਕ ਕਰਦੇ ਸਨ। ਇੱਥੇ ਬੱਚੇ, ਰਸ਼ਕ ਦਾ ਮਤਲਬ ਹੈਗਾ ਜੈਲਸੀ ਕਰਨਾ, ਜਾਂ ਮਤਲਬ ਉਹਨਾਂ ਪ੍ਰਤੀ ਉਹਨਾਂ ਦੇ ਦਿਮਾਗ ਦੇ। ਅਤੇ ਵੈਲਫੇਅਰ ਸਟੇਟ ਦਾ ਅਰਥ ਹੈਗਾ ਬੱਚੇ ਕਿ ਉਹ ਸਰਕਾਰਾਂ ਜਿਹੜੀਆਂ ਲੋਕ ਭਲਾਈ ਨੂੰ ਸਭ ਤੋਂ ਪਹਿਲੀ ਤਰਜੀਹ ਦਿੰਦੀਆਂ ਨੇ। ਸਾਡਾ ਭਾਰਤ ਵੀ ਵੈਲਫੇਅਰ ਸਟੇਟ ਹੈ। ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਲੋਕਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਫ੍ਰੀ 'ਚ ਦਿੱਤੀਆਂ ਜਾਂਦੀਆਂ ਹਨ। ਤੁਸੀਂ ਦੇਖੋ ਕਿ ਸਾਡੇ ਹਸਪਤਾਲਾਂ ਵਿੱਚ ਇਲਾਜ, ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਫ੍ਰੀ ਕੀਤੇ ਜਾਂਦੇ ਨੇ, ਜਾਂ ਬਹੁਤ ਹੀ ਨੋਮੀਨਲ ਜੀ ਫੀਸ ਲੈ ਕੇ ਕੀਤੇ ਜਾਂਦੇ ਨੇ, ਜਾਂ ਹੋਰ ਸਰਕਾਰੀ ਅਦਾਰੇ ਜਿਹੜੇ ਹੈਗੇ ਨੇ ਸਾਡੇ ਲੋਕਾਂ ਦੀਆਂ ਸੇਵਾਵਾਂ ਕਰ ਦਿੰਦੇ ਨੇ ਲੋਕਾਂ ਨੂੰ, ਉਹ ਬਹੁਤ ਹੀ ਘੱਟ ਫੀਸਾਂ ਦੇ ਉੱਤੇ ਦਿੰਦੇ ਨੇ। ਤੇ ਪਰ ਉਹੀ ਸੇਵਾਵਾਂ ਜੇ ਅਸੀਂ ਪ੍ਰਾਈਵੇਟ ਸੰਸਥਾਵਾਂ ਤੋਂ ਲਵਾਂਗੇ ਤਾਂ ਦੇਖੋ ਕਿੰਨੀਆਂ ਫੀਸਾਂ ਦੇਣੀਆਂ ਪੈਂਦੀਆਂ ਹਨ। ਹਾਂ, ਉਹ ਗੱਲ ਵੱਖਰੀ ਹੈ ਕਿ ਸਾਡੀ ਸਟੇਟ ਦੇ ਵਿੱਚ, ਮਤਲਬ ਸਾਡੇ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੀ ਕਰਪਸ਼ਨ ਹੋਣ ਕਰਕੇ ਇਹ ਵੈਲਫੇਅਰ ਸਟੇਟ ਦੇ ਮਾਡਲ ਦੇ ਅਨੁਸਾਰ ਪੂਰਾ ਨਹੀਂ ਨਿੱਤਰਦਾ। ਪਰ ਫਿਰ ਵੀ ਸਾਡਾ ਜਿਹੜਾ ਮਾਡਲ ਹੈਗਾ ਭਾਰਤ ਦਾ, ਵੈਲਫੇਅਰ ਸਟੇਟ ਦਾ ਹੀ ਮਾਡਲ ਹੈ। ਫਿਰ 90ਵਿਆਂ ਦੇ ਚੜ੍ਹਦਿਆਂ ਹੀ ਲੋਕ ਭਲਾਈ ਰਾਜ ਦੀ ਪੂਰੀ ਬਣਤਰ ਤਿੱਖੇ ਹੱਲਿਆਂ ਦੀ ਮਾਰ ਹੇਠ ਆ ਗਈ। ਇਹ ਗੱਲ ਇੰਨੀ ਸਬੱਬੀ ਨਹੀਂ ਕਿ ਵੈਲਫੇਅਰ ਸਟੇਟ ਵਿਰੁੱਧ ਚਾਂਦ ਮਾਰੀ ਸੋਵੀਅਤ ਯੂਨੀਅਨ ਦੇ ਖਾਤਮੇ ਨਾਲ ਸ਼ੁਰੂ ਹੋਈ। ਸੋਵੀਅਤ ਸਮਾਜ ਦੇ ਗੁਣਾਂ ਔਗਣਾਂ ਵਿੱਚ ਨਾ ਜਾਂਦਿਆਂ ਹੋਇਆਂ ਵੀ ਇਹ ਤੱਥ ਨੂੰ ਅੱਖੋਂ ਓਹਲੇ ਕਰਨਾ ਔਖਾ ਹੈ ਕਿ ਸੋਵੀਅਤ ਯੂਨੀਅਨ ਪੱਛਮ ਲਈ ਇੱਕ ਅਜਿਹੇ ਮੁਤਬਾਦਲ ਆਰਥਿਕ ਅਤੇ ਸਮਾਜਿਕ ਮਾਡਲ ਦੀ ਹੈਸੀਅਤ ਰੱਖਦਾ ਸੀ ਜਿਸ ਨਾਲ ਮੁਕਾਬਲੇ ਦੀਆਂ ਲੋੜਾਂ ਦੇ ਕਾਰਨ ਪੱਛਮੀ ਹਕੂਮਤਾਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਤੇ ਮਸਲਿਆਂ ਦੇ ਸਬੰਧ ਵਿੱਚ ਹੁਣ ਜਿੰਨੀ ਬੇਧਿਆਨੀ ਤੋਂ ਕੰਮ ਨਹੀਂ ਸਨ ਲੈ ਸਕਦੀਆਂ। ਇਹਨਾਂ ਲੋੜਾਂ ਨੇ ਹੀ ਸਰਮਾਏਦਾਰੀ ਦਾ ਮਸੀਹਾ ਸਮਝੇ ਜਾਂਦੇ ਜਾਨ ਮੈਨਾਰਡ ਕੇਨਜ਼ ਦੇ ਇਸ ਸਿਧਾਂਤ ਨੂੰ ਜਨਮ ਦਿੱਤਾ ਸੀ ਕਿ ਸੰਕਟ ਦੇ ਦਿਨਾਂ ਵਿੱਚ ਸਰਕਾਰਾਂ ਨੂੰ ਇਸ ਗੱਲ ਦੀ ਉਡੀਕ ਨਹੀਂ ਕਰਦੇ ਰਹਿਣਾ ਚਾਹੀਦਾ ਕਿ ਕਦੋਂ ਮੰਡੀ ਵਿੱਚ ਮੁੜ ਤੋਂ ਜਾਨ ਪਏ ਅਤੇ ਕਦੋਂ ਹਾਲਾਤ ਸੁਧਰਨ। ਸਰਕਾਰਾਂ ਨੂੰ ਤਾਂ ਰੁਜ਼ਗਾਰ ਪੈਦਾ ਕਰਨ ਵਾਲੇ
ਕਾਰਜ ਆਪ ਵਿੱਢਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੀ ਜੇਬ ਵਿੱਚ ਪੈਸਾ ਜਾਏ ਅਤੇ ਲੋਕ ਮੁੜ ਤੋਂ ਵਸਤਾਂ ਖਰੀਦਣੀਆਂ ਸ਼ੁਰੂ ਕਰਨ ਅਤੇ ਅਰਥਚਾਰਾ ਬਹਾਲ ਹੋਵੇ। ਸੋ ਜਾਨ ਮੈਨਾਰਡ ਕੇਨਜ਼ ਜਿਹੜਾ ਸੀਗਾ ਕੈਨੇਡਾ ਦਾ, ਉਹਨੇ ਇਹ ਸੋਚਿਆ ਸੀਗਾ ਤੇ ਉਹਨੇ NAFTA, ਇਹਦਾ ਮਤਲਬ ਹੈਗਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟਸ, ਜਿਹੜੇ ਅੱਜ ਕੱਲ੍ਹ ਵਿਸ਼ਵੀਕਰਨ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਨਾ, ਉਹਨਾਂ ਦਾ ਹੀ ਇੱਕ ਸ਼ੁਰੂਆਤੀ ਰੂਪ ਸੀਗਾ ਇਹ। ਨਾਫਟਾ ਦਾ ਮਤਲਬ ਸੀਗਾ ਕਿ ਗੁਆਂਢੀ ਦੇਸ਼ਾਂ ਜਾਂ ਬਾਕੀ ਦੇਸ਼ਾਂ ਦੇ ਨਾਲ ਖੁੱਲ੍ਹੇ ਰੂਪ ਦੇ ਵਿੱਚ ਵਪਾਰ ਕੀਤਾ ਜਾਵੇ। ਇਸ ਲੇਖ ਵਿੱਚ ਵੀ ਇਹ ਗੱਲ ਦੱਸੀ ਗਈ ਹੈ ਕਿ ਮਲਰੂਨੀ ਦੀ ਦਲੀਲ ਇਹ ਸੀ ਕਿ ਇਸ ਸਮਝੌਤੇ ਨਾਲ ਵਿਦੇਸ਼ੀ ਪੂੰਜੀ ਦਾ ਨਿਵੇਸ਼ ਵਧੇਗਾ, ਬਾਹਰੋਂ ਆਉਣ ਵਾਲਾ ਮਾਲ ਸਸਤਾ ਬੈਠੇਗਾ ਤੇ ਬਾਹਰ ਨੂੰ ਭੇਜੇ ਜਾਣ ਵਾਲੇ ਮਾਲ ਦਾ ਮੁੱਲ ਵੱਧ ਜਾਵੇਗਾ, ਲੱਖਾਂ ਨਵੇਂ ਰੁਜ਼ਗਾਰ ਪੈਦਾ ਹੋਣਗੇ ਤੇ ਆਮ ਲੋਕਾਂ ਦੀ ਖੁਸ਼ਹਾਲੀ ਵਿੱਚ ਦਿਨ ਦੁੱਗਣੇ ਤੇ ਰਾਤ ਚੌਗਣਾ ਵਾਧਾ ਹੋਵੇਗਾ। ਪਰ ਹੋਇਆ ਇਸ ਦੇ ਐਨ ਉਲਟ। ਕਹਿਣ ਦਾ ਮਤਲਬ ਕਿ ਜਿਹੜੀ ਨਾਫਟਾ ਸੀ, ਨਾਫਟਾ ਤੇ ਜਦੋਂ ਸਾਈਨ ਕੀਤੇ ਗਏ, ਨਾਲ ਦੇ ਜਿਹੜੇ ਰਾਜ ਸੀਗੇ, ਨਾਲ ਦੇ ਦੇਸ਼ ਸੀ, ਜਦੋਂ ਕੈਨੇਡਾ ਨੇ ਉਹਨਾਂ ਦੇ ਨਾਲ ਖੁੱਲ੍ਹੇ ਵਪਾਰਕ ਸੰਬੰਧ ਬਣਾਉਣੇ ਸ਼ੁਰੂ ਕੀਤੇ ਤਾਂ ਬਿਲਕੁਲ ਉਲਟ ਹੋਇਆ ਤੇ ਕੈਨੇਡਾ ਦੀ ਜਿਹੜੀ ਆਰਥਿਕਤਾ ਸੀ ਜਿਹੜੀ ਬਿਲਕੁਲ ਹੀ ਖਤਮ ਹੋ ਗਈ। ਇਸ ਨਾਲ ਇਹ ਹੋਇਆ ਕਿ ਆਮ ਲੋਕ ਬਹੁਤ ਗਰੀਬ ਹੋ ਗਏ। ਜਿਵੇਂ ਇੱਥੇ ਵੀ ਲੇਖ ਦੇ ਵਿੱਚ ਵੀ ਦੱਸਿਆ ਗਿਆ ਕਿ ਬੇਰੁਜ਼ਗਾਰੀ 14-15% ਤੱਕ ਜਾ ਪਹੁੰਚੀ। ਮੰਦੇ ਦਾ ਪਰਛਾਵਾਂ ਹੋਰ ਸੰਘਣਾ ਹੋਣ ਲੱਗਾ ਤੇ ਕੈਨੇਡਾ ਦੇ ਸ਼ਹਿਰਾਂ ਦੀਆਂ ਬਹੁ ਮੰਜ਼ਲਾਂ ਆਲੀਸ਼ਾਨ ਇਮਾਰਤਾਂ ਦੇ ਪੈਰਾਂ ਵਿੱਚ ਰਾਤਾਂ ਕੱਟਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵੱਧ ਗਈ। ਇਹ ਸਿਰਫ ਬੈਂਕਾਂ ਤੇ ਕਾਰਪੋਰੇਸ਼ਨਾਂ ਦੇ ਮੁਨਾਫੇ ਸਨ ਜਿਨ੍ਹਾਂ ਨੇ ਸੱਚਮੁੱਚ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ। ਕਹਿਣ ਦਾ ਮਤਲਬ ਕਿ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ, ਜਿਵੇਂ ਬੈਂਕਾਂ ਹੋਈਆਂ ਜਾਂ ਹੋਰ ਮਲਟੀਨੇਸ਼ਨਲ ਕੰਪਨੀਜ਼ ਸੀਗੀਆਂ ਜਿਹੜੀਆਂ, ਉਹਨਾਂ ਨੇ ਤਾਂ ਬਹੁਤ ਪੈਸਾ ਕਮਾਇਆ, ਪਰ ਆਮ ਲੋਕ ਹੋਰ ਗਰੀਬ ਹੋ ਗਏ। ਇਹ ਪੂੰਜੀਵਾਦ ਦਾ ਮਾਡਲ ਹੀ ਇਹ ਹੈ ਬੱਚੇ। ਪੂੰਜੀਵਾਦ ਦੇ ਮਾਡਲ ਅਨੁਸਾਰ ਪੂੰਜੀ ਕੁਝ ਹੱਥਾਂ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਆਮ ਲੋਕ ਹੋਰ ਗਰੀਬ ਹੋ ਜਾਂਦੇ ਆ ਤੇ ਪੂੰਜੀਵਾਦੀ ਹੋਰ ਅਮੀਰ ਹੋ ਜਾਂਦੇ ਆ। ਤੋ ਇਹੀ ਮਾਡਲ ਇੱਥੇ ਬਣ ਕੇ ਸਾਹਮਣੇ ਆਇਆ। ਹੁਣ ਬੱਚੇ ਇਸ ਲੇਖ ਵਿੱਚ ਇੱਕ ਹੋਰ ਜਿਹੜਾ ਵਿਸ਼ਾ ਸਾਹਮਣੇ ਆਇਆ ਹੈ ਉਹ ਹੈਗਾ ਸਟੇਟ ਅਤੇ ਮੀਡੀਆ ਦੇ ਸਬੰਧਾਂ ਬਾਰੇ। ਹੁਣ ਇੱਥੇ ਦੇਖੋ ਲੇਖ ਵਿੱਚ ਲਿਖਿਆ ਹੋਇਆ, ਇਹ ਅਜੀਬ ਵਿਰੋਧਾਭਾਸ ਸੀ ਕਿ ਕਾਰਪੋਰੇਸ਼ਨਾਂ ਦੇ ਮੁਨਾਫੇ ਵੱਧ ਰਹੇ ਸਨ ਪਰ ਦੇਸ਼ ਦੀ ਆਰਥਿਕ ਹਾਲਤ ਵਿਗੜਦੀ ਜਾ ਰਹੀ ਸੀ। ਇਸ ਅਜੀਬ ਸਥਿਤੀ ਲਈ ਸਰਕਾਰ ਵੱਲੋਂ ਦਲੀਲ ਇਹ ਦਿੱਤੀ ਗਈ ਕਿ ਇਸ ਦਾ ਕਾਰਨ ਨਾ ਨੈਫਟਾ ਹੈ ਅਤੇ ਨਾ ਹਨ ਕਾਰਪੋਰੇਸ਼ਨਾਂ। ਇਸ ਦਾ ਅਸਲ ਕਾਰਨ ਉਹ ਜ਼ਬਰਦਸਤ ਖਸਾਰਾ ਤੇ ਅੰਤਾਂ ਦਾ ਕੌਮੀ ਕਰਜ਼ਾ ਹੈ ਜਿਹੜਾ ਕੈਨੇਡਾ ਨੇ ਸਿਹਤ ਅਤੇ ਸਮਾਜੀ ਸੇਵਾਵਾਂ ਉੱਤੇ ਹੱਦੋਂ ਵੱਧ ਖਰਚਿਆਂ ਕਾਰਨ ਸਹੇੜਿਆ ਹੋਇਆ ਹੈ। ਸਿਹਤ ਅਤੇ ਸਮਾਜੀ ਸੇਵਾਵਾਂ ਦਾ ਮਤਲਬ ਇੱਥੇ ਹੈਗਾ ਵੈਲਫੇਅਰ ਸਟੇਟ ਹੋਣ ਦੇ ਨਾਤੇ ਇਹ ਸੇਵਾਵਾਂ ਸਰਕਾਰਾਂ ਲੋਕਾਂ ਨੂੰ ਫ੍ਰੀ ਦਿੰਦੀਆਂ। ਤਾਂ ਇਸ ਤਰੀਕੇ ਨਾਲ ਕੈਨੇਡਾ ਦੀ ਸਰਕਾਰ ਨੇ ਆਪਣੇ ਆਪ ਨੂੰ ਉਸ ਆਰਥਿਕ ਮੰਦੇ ਤੋਂ ਬਚਾਉਣ ਵਾਸਤੇ ਇਹ ਇੱਕ ਦਲੀਲ ਘੜ ਲਈ, ਇਹ ਇੱਕ ਬਹਾਨਾ ਲੈ ਲਿਆ ਤੇ ਇਸ ਬਹਾਨੇ ਨੂੰ ਲੋਕਾਂ ਵਿੱਚ ਫੈਲਾਉਣ ਲਈ ਮੀਡੀਆ ਨੇ ਉਹਦਾ ਬਹੁਤ ਸਾਥ ਦਿੱਤਾ। ਇਸ ਦਲੀਲ ਨੂੰ ਸੱਚਾ ਸਾਬਤ ਕਰਨ ਲਈ ਅਖਬਾਰਾਂ, ਰੇਡੀਓ, ਟੈਲੀਵਿਜ਼ਨ ਆਦਿ ਰਾਹੀਂ ਤਾਬੜਤੋੜ ਮੁਹਿੰਮ ਚਲਾਈ ਗਈ। ਕਹਿਣ ਦਾ ਮਤਲਬ ਵੀ ਲੋਕਾਂ ਦੇ ਵਿੱਚ ਇਸ ਦਲੀਲ ਨੂੰ ਸੰਚਾਰਿਤ ਕਰਨ ਲਈ ਵੱਡੇ ਪੱਧਰ ਤੇ ਕਦਮ ਉਠਾਏ ਗਏ ਤਾਂ ਕਿ ਲੋਕਾਂ ਨੂੰ ਐਂ ਲੱਗੇ ਕਿ ਸਰਕਾਰ ਦਾ ਇਸ ਵਿੱਚ ਕੋਈ ਕਸੂਰ ਨਹੀਂ। ਵਿਦਿਆਰਥੀਓ, ਆਮ ਤੌਰ ਤੇ ਸਰਕਾਰਾਂ ਐਵੇਂ ਹੀ ਕਰਦੀਆਂ ਨੇ। ਅਜੋਕੇ ਦੌਰ 'ਚ ਵੀ ਜੇ ਤੁਸੀਂ ਵਿਸ਼ਵ ਪੱਧਰ 'ਤੇ ਭਾਵੇਂ ਭਾਰਤ ਦੇ ਵਿੱਚ ਤੇ ਭਾਵੇਂ ਬਾਕੀ ਦੇਸ਼ਾਂ ਦੇ ਵਿੱਚ ਦੇਖੋਗੇ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਆਪਣੀਆਂ ਗਤੀਵਿਧੀਆਂ ਉਹਨਾਂ ਦੀਆਂ ਆਪਣੇ ਮੁਨਾਫੇ ਜਾਂ ਆਪਣੇ ਲੀਡਰਾਂ ਦੇ ਮੁਨਾਫੇ ਜਾਂ ਆਪਣੇ ਸੰਬੰਧੀਆਂ ਦੇ ਮੁਨਾਫੇ ਵਧਾਉਣ ਵਾਸਤੇ ਹੁੰਦੀਆਂ ਨੇ। ਉਹਨਾਂ ਨੂੰ ਲੁਕਾਉਣ ਵਾਸਤੇ ਉਹ ਅਜਿਹੀਆਂ ਨੀਤੀਆਂ ਲੋਕਾਂ ਦੇ ਵਿੱਚ ਪੇਸ਼ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਦੀਆਂ ਆਪਣੀਆਂ ਮਾੜੀਆਂ ਗਤੀਵਿਧੀਆਂ ਵੀ ਚੰਗੀਆਂ ਬਣਾ ਕੇ ਉਹਨਾਂ ਨੂੰ ਗਲੋਰੀਫਾਈ ਕਰਕੇ ਉਹਨਾਂ ਨੂੰ ਮਹਿਮਾਮਈ ਕਰਕੇ ਲੋਕਾਂ ਵਿੱਚ ਸੰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ। ਇਸ ਤਰੀਕੇ ਨਾਲ ਕੈਨੇਡਾ ਦੇ ਆਰਥਿਕ ਮੰਦੇ ਨੂੰ ਲੁਕਾਉਣ ਵਾਸਤੇ ਕੈਨੇਡਾ ਸਰਕਾਰ ਨੇ ਸਿਰਫ ਮੀਡੀਆ ਦੀ ਮਦਦ ਨਾਲ ਬਾਕੀਆਂ ਤੇ ਭਾਂਡਾ ਫੋੜਨ ਦਾ ਕੰਮ ਇੱਥੇ ਹੀ ਖਤਮ ਨਹੀਂ ਕੀਤਾ, ਸਗੋਂ ਉਹਨਾਂ ਨੇ ਹੋਰ ਲੋਕਾਂ ਦੇ ਉੱਤੇ ਵੀ ਇਸ ਦੀ ਜ਼ਿੰਮੇਵਾਰੀ ਪਾਈ। ਲੇਖ ਵਿੱਚ ਵੀ ਇੱਥੇ ਲਿਖਿਆ ਹੋਇਆ ਹੈ, ਪਰ ਇਹਨਾਂ ਆਵਾਜ਼ਾਂ ਨੂੰ ਇਹ ਆਖ ਕੇ ਸਹਿਜੇ ਹੀ ਰੱਦ ਕਰ ਦਿੱਤਾ ਗਿਆ ਸੀ ਕਿ ਇਹ ਗੈਰ ਜ਼ਿੰਮੇਵਾਰਾਨਾ ਰੌਲਾ ਟ੍ਰੇਡ ਯੂਨੀਅਨਾਂ ਜਾਂ ਉਹਨਾਂ ਜਿਹੀਆਂ ਹੋਰ ਸਵਾਰਥੀ ਜਥੇਬੰਦੀਆਂ ਪਾ ਰਹੀਆਂ ਹਨ। ਕਹਿਣ ਦਾ ਮਤਲਬ ਕਿ ਟ੍ਰੇਡ ਯੂਨੀਅਨਾਂ ਤੇ ਹੋਰ ਲੋਕ ਨੇ, ਜਿਹੜੇ ਆਮ ਲੋਕ ਜਿਹੜੇ ਰੌਲਾ ਪਾ ਰਹੇ ਨੇ, ਉਹ ਆਮ ਲੋਕ ਨਹੀਂ ਪਾ ਰਹੇ, ਇਹ ਯੂਨੀਅਨਾਂ ਦੇ ਲੀਡਰ ਪਾ ਰਹੇ ਨੇ ਜਿਨ੍ਹਾਂ ਦਾ ਕੰਮ
ਰਾਜ ਵਿੱਚ ਅਰਾਜਕਤਾ ਪੈਦਾ ਕਰਨਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਲੋਕਾਂ ਦੇ ਉੱਤੇ ਭਾਂਡਾ ਭੰਨ ਕੇ ਸਰਕਾਰਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਸੋ ਬੱਚਿਓ, ਕੈਨੇਡਾ ਦੀ ਅਰਥ ਵਿਵਸਥਾ ਦਾ ਇਸ ਤਰੀਕੇ ਨਾਲ ਡਿੱਗ ਜਾਣ ਦਾ ਹੋਰ ਵੀ ਕਈ ਕਾਰਨ ਸਨ। ਲੇਖ ਵਿੱਚ ਦਰਜ ਹੈ ਕਿ ਸਭ ਤੋਂ ਪਹਿਲਾਂ ਵਾਰ ਸਿਹਤ ਸੇਵਾਵਾਂ ਉੱਤੇ ਕੀਤਾ ਗਿਆ। ਹਾਲਾਂਕਿ ਇਹ ਸੇਵਾਵਾਂ ਕੈਨੇਡਾ ਦੀ ਨਿਵੇਕਲੀ ਪਛਾਣ ਦਾ ਸਭ ਤੋਂ ਵੱਡਾ ਚਿੰਨ੍ਹ ਸਮਝੀਆਂ ਜਾਂਦੀਆਂ ਹਨ, ਪਰ ਠੀਕ ਇਹੀ ਖੇਤਰ ਹੈ ਜਿਨ੍ਹਾਂ ਉੱਤੇ ਅਮਰੀਕਾ ਤੇ ਕੈਨੇਡਾ ਦੀਆਂ ਸ਼ਕਤੀਸ਼ਾਲੀ ਬੀਮਾ ਅਤੇ ਡਰੱਗ ਕੰਪਨੀਆਂ ਦੀ ਵੀ ਚਿਰਾਂ ਤੋਂ ਅੱਖ ਹੈ, ਕਿਉਂਕਿ ਇਹ ਜ਼ਬਰਦਸਤ ਮੁਨਾਫਿਆਂ ਦਾ ਸੋਮਾ ਹੋ ਸਕਦੀਆਂ ਹਨ। ਦਰਅਸਲ ਨੈਫਟਾ ਉੱਤੇ ਦਸਤਖਤ ਅਤੇ ਲੋਕ ਭਲਾਈ ਪ੍ਰੋਗਰਾਮਾਂ ਉੱਤੇ ਹਮਲਾ ਇੱਕੋ ਹੀ ਏਜੰਡੇ ਦੀਆਂ ਜੁੜਵੀਆਂ ਮਦਾਂ ਹਨ। ਨੈਫਟਾ ਦਾ ਮੁੱਖ ਮੰਤਵ ਮਲਟੀਨੇਸ਼ਨਸ ਲਈ ਕੈਨੇਡਾ ਦੇ ਦਰਵਾਜ਼ੇ ਚੌਪਾਟ ਖੋਲ੍ਹਣਾ ਸੀ, ਪਰ ਇਸ ਦੇ ਨਾਲ ਹੀ ਇੱਕ ਗੁੱਝੀ ਸ਼ਰਤ ਵੀ ਬੱਝੀ ਹੋਈ ਸੀ ਕਿ ਦਰਵਾਜ਼ੇ ਉਦੋਂ ਤੱਕ ਚੌਪਾਟ ਖੁੱਲ੍ਹੇ ਨਹੀਂ ਸਮਝੇ ਜਾਣਗੇ ਜਦੋਂ ਤੱਕ ਸਰਕਾਰ ਕਾਰਪੋਰੇਸ਼ਨਾਂ ਨੂੰ ਅਜਿਹੇ ਨਿਯਮਾਂ, ਕਾਨੂੰਨਾਂ ਜਾਂ ਟੈਕਸ ਪ੍ਰਣਾਲੀਆਂ ਤੋਂ ਮੁਕਤ ਨਹੀਂ ਕਰੇਗੀ ਜਿਨ੍ਹਾਂ ਦੇ ਕਾਰਨ ਉਹਨਾਂ ਦੇ ਕਾਰੋਬਾਰ ਤੇ ਮੁਨਾਫਿਆਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਇਸ ਤਰੀਕੇ ਨਾਲ ਬੱਚੇ ਜਿਹੜੇ ਕਾਨੂੰਨ ਪਾਸ ਹੁੰਦੇ ਨੇ, ਜਿਵੇਂ ਆਪਣੇ ਵੀ ਦੇਸ਼ ਦੇ ਵਿੱਚ ਜਿਵੇਂ ਹੁਣ ਖੇਤੀ ਕਾਨੂੰਨ ਪਾਸ ਹੋਏ ਸੀ, ਵੇਖਣ ਨੂੰ ਤਾਂ ਇਹ ਖੇਤੀ ਕਾਨੂੰਨ ਲੱਗਦੇ ਸਨ ਵੀ ਬੜੇ ਵਧੀਆ ਨੇ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਬਹੁਤ ਉੱਚਾ ਚੱਕ ਦੇਣਗੇ, ਪਰ ਜਦੋਂ ਇਹਨਾਂ ਦੀ ਡੂੰਘਾਈ ਦੇ ਵਿੱਚ ਜਾਇਆ ਗਿਆ ਤਾਂ ਬੇਸਿਕਲੀ ਇਹ ਸਾਰੇ ਦੇ ਸਾਰੇ ਕਾਨੂੰਨ ਭਾਰਤ ਦੇ ਕਾਰਪੋਰੇਟ ਘਰਾਣਿਆਂ ਵਾਸਤੇ ਬਣਾਏ ਗਏ ਸਨ। ਇਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਨਾਫਟਾ ਦੇ ਉੱਤੇ ਜਾਂ ਨੈਫਟਾ ਉਹਨੂੰ ਕਹਿ ਸਕਦੇ ਆਪਾਂ, ਉਹਦੇ ਉੱਤੇ ਦਸਤਖਤ ਕੀਤੇ ਗਏ। ਉਹਦਾ ਮੇਨ ਮਕਸਦ ਇਹ ਨਹੀਂ ਸੀ ਕਿ ਲੋਕਾਂ ਦੀ ਭਲਾਈ ਕੀਤੀ ਜਾਵੇ, ਬਲਕਿ ਉਹਦਾ ਮੇਨ ਮਕਸਦ ਤਾਂ ਇਹ ਸੀਗਾ ਕਿ ਜਿਹੜੇ ਕਾਰਪੋਰੇਟ ਘਰਾਣੇ ਸੀ ਉਹਨਾਂ ਦਾ ਵਪਾਰ ਚਲਾਇਆ ਜਾਵੇ ਅਤੇ ਉਹਦੇ ਨਾਲ ਸਰਕਾਰਾਂ ਕੋਲੇ ਬਹੁਤ ਸਾਰਾ ਪੈਸਾ ਆ ਜਾਵੇ। ਬਲਕਿ ਹੋਣਾ ਇਹ ਐਵੇਂ ਚਾਹੀਦਾ ਸੀ ਕਿ ਉਹਨਾਂ 'ਤੇ ਵੱਡੇ ਪੱਧਰ 'ਤੇ ਟੈਕਸ ਲਾਏ ਜਾਣ ਅਤੇ ਮਤਲਬ ਦੇਸ਼ ਦੇ ਜਿਹੜੇ ਸਧਾਰਨ ਕਾਨੂੰਨ ਨੇ ਉਹਨਾਂ 'ਤੇ ਵੀ ਲਾਗੂ ਕੀਤੇ ਜਾਣ, ਅਤੇ ਇਹ ਕਾਨੂੰਨ ਅਤੇ ਇਹ ਟੈਕਸ ਉਹਨਾਂ ਤੋਂ ਹਟਾ ਲਏ ਗਏ, ਜਿਸ ਨਾਲ ਸਰਕਾਰਾਂ ਦੀ ਕਮਾਈ ਘਟੀ ਅਤੇ ਇਸ ਨਾਲ ਸਰਕਾਰਾਂ ਦੇ ਉੱਤੇ ਆਰਥਿਕ ਪ੍ਰਭਾਵ ਪਵੇ ਅਤੇ ਇਸ ਨਾਲ ਸਰਕਾਰਾਂ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਲੜਖੜਾ ਗਈ। ਤਾਂ ਵੀ ਇਸ ਗੱਲ ਨੂੰ ਮੀਡੀਆ ਰਾਹੀਂ ਚਲਾਈ ਗਈ ਤਾਬੜਤੋੜ ਮੁਹਿੰਮ ਦਾ ਕੌਤਕ ਹੀ ਕਹਿਣਾ ਚਾਹੀਦਾ ਹੈ ਕਿ ਜਿਸ ਨੈਫਟਾ ਤੇ ਜਿਨ੍ਹਾਂ ਨੀਤੀਆਂ ਲਈ ਕੌਮ ਨੇ ਮਿਸਟਰ ਮਲਰੋਨੀ ਨੂੰ ਅੱਜ ਤੱਕ ਮੁਆਫ ਨਹੀਂ ਕੀਤਾ, ਉਸੇ ਨੈਫਟਾ ਤੇ ਉਹਨਾਂ ਦੀਆਂ ਨੀਤੀਆਂ ਨੂੰ ਲਿਬਰਲ ਸਰਕਾਰ 19-21 ਦੇ ਫਰਕ ਨਾਲ ਜਾਰੀ ਰੱਖ ਰਹੀ ਹੈ। ਭਾਵ ਜਦੋਂ ਕੋਈ ਸਰਕਾਰ ਸੱਤਾ ਵਿੱਚ ਹੁੰਦੀ ਹੈ ਅਤੇ ਉਹਦੀਆਂ ਜਿਹੜੀਆਂ ਆਪੋਜ਼ਿਟ ਪਾਰਟੀਜ਼ ਹੁੰਦੀਆਂ ਨੇ, ਜਿਹੜੀਆਂ ਸੱਤਾ ਵਿੱਚ ਨਹੀਂ ਹੁੰਦੀਆਂ, ਉਹ ਪਹਿਲਾਂ ਤੋਂ ਉਹਨਾਂ ਕਾਨੂੰਨਾਂ ਦਾ ਵਿਰੋਧ ਕਰਦੀਆਂ ਹਨ, ਪਰ ਜਦੋਂ ਆਪੋਜ਼ਿਟ ਪਾਰਟੀਜ਼ ਖੁਦ ਸੱਤਾ ਵਿੱਚ ਆ ਜਾਂਦੀਆਂ ਤਾਂ ਉਹਨਾਂ ਕਾਨੂੰਨਾਂ ਨੂੰ ਹੀ ਥੋੜ੍ਹਾ ਬਹੁਤਾ ਬਦਲ ਕੇ ਅੱਗੇ ਚਲਾਉਂਦੀਆਂ ਰਹਿੰਦੀਆਂ ਹਨ। ਇੱਥੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹਨਾਂ ਨੇ ਲੋਕ ਭਲਾਈ ਦਾ ਕੰਮ ਨਹੀਂ ਕਰਨਾ ਹੁੰਦਾ ਅਤੇ ਆਮ ਲੋਕਾਂ ਦੀ ਲੁੱਟ ਹੀ ਕਰਨੀ ਹੁੰਦੀ ਹੈ। ਹਾਲਾਂਕਿ ਉਹ ਲੁੱਟ ਉਹ ਸਿੱਧੀ ਨਹੀਂ ਕਰਦੇ, ਉਹ ਕਾਰਪੋਰੇਟ ਘਰਾਣਿਆਂ, ਮਲਟੀਨੇਸ਼ਨਲ ਕੰਪਨੀਆਂ, ਬੈਂਕਾਂ ਅਤੇ ਹੋਰ ਵੱਡੀਆਂ ਕੰਪਨੀਆਂ, ਫੈਕਟਰੀਆਂ ਰਾਹੀਂ ਕਰਦੇ ਹਨ, ਪਰ ਉਹ ਲੁੱਟ ਬੇਸਿਕਲੀ ਲੋਕਾਂ ਦੀ ਹੀ ਕਰਦੇ ਹਨ। ਕਾਰਪੋਰੇਟ ਘਰਾਣਿਆਂ ਦਾ ਤਾਂ ਉਹ ਫਾਇਦਾ ਹੀ ਕਰਦੇ ਹਨ। ਕੈਨੇਡਾ ਦੇ ਲੋਕਾਂ ਨੇ ਨੈਫਟਾ ਨੂੰ ਭਾਣਾ ਸਮਝ ਕੇ ਅਤੇ ਲੋਕ ਭਲਾਈ ਸੇਵਾਵਾਂ ਦੇ ਉਜਾੜੇ ਨੂੰ ਇੱਕ ਵਾਧੂ ਖਰਚੇ ਘਟਾਉਣ ਦੀ ਲੋੜ ਸਮਝ ਕੇ ਚੁੱਪ ਜਿਹੀ ਤਾਂ ਵੱਟ ਲਈ ਹੈ। ਫਿਰ ਵੀ ਟੋਰਾਂਟੋ ਸਟਾਰ ਦੇ ਪਾਠਕਾਂ ਵੱਲੋਂ ਇਸ ਦਹਾਕੇ ਲਈ ਤਜਵੀਜ਼ ਕੀਤਾ ਗਿਆ ਨੈਸਟੀ 90 ਦਾ ਨਾਮ ਦੱਸਦਾ ਹੈ ਕਿ ਉਹ ਮੌਜੂਦਾ ਹਾਲਾਤ ਤੋਂ ਸੰਤੁਸ਼ਟ ਨਹੀਂ। ਇਸ ਤਰੀਕੇ ਨਾਲ ਬੱਚਿਓ, ਭਾਵੇਂ ਸਰਕਾਰਾਂ ਨੂੰ ਇਸ ਗੱਲ ਦਾ ਵਹਿਮ ਹੁੰਦਾ ਹੈ ਕਿ ਉਹਨਾਂ ਦੀਆਂ ਨੀਤੀਆਂ ਜਾਂ ਉਹਨਾਂ ਦੀਆਂ ਮਾੜੀਆਂ ਨੀਤੀਆਂ, ਕੁਝੀਆਂ ਨੀਤੀਆਂ ਦਾ ਲੋਕਾਂ ਨੂੰ ਪਤਾ ਨਹੀਂ, ਅਜਿਹੀ ਕੋਈ ਗੱਲ ਨਹੀਂ, ਲੋਕਾਂ ਨੂੰ ਉਹਨਾਂ ਦੀਆਂ ਕੁਝੀਆਂ ਨੀਤੀਆਂ ਦਾ ਪਤਾ ਹੁੰਦਾ, ਪਰ ਉਹ ਕਿਸੇ ਗੱਲੋਂ ਚੁੱਪ ਹੋ ਜਾਂਦੇ ਹਨ ਜਾਂ ਕਈ ਵਾਰੀ ਉਹ ਲਾਮਬੰਦ ਵੀ ਨਹੀਂ ਹੋ ਸਕਦੇ। ਅੱਗੇ ਲੇਖਕ ਲਿਖਦਾ ਹੈ ਕਿ ਮਲਟੀਨੇਸ਼ਨਸ ਦੇ ਸਾਹਮਣੇ ਕੈਨੇਡਾ ਦੀ ਇਸ ਬੇਵੱਸੀ ਨੂੰ ਇੱਥੋਂ ਦੀ ਸਿਆਸੀ ਲੇਖਕ ਲਿੰਡਾ ਮੈਕਵੈਗ ਨੇ ਆਪਣੀ ਤਾਜ਼ਾ ਕਿਤਾਬ ਵਿੱਚ ਨਿਪੁੰਸਕਤਾ ਦਾ ਸੱਭਿਆਚਾਰ ਗਰਦਾਨਿਆ ਹੈ। ਵਾਸਤਵ ਵਿੱਚ ਉਸ ਦੀ ਇਸ ਕਿਤਾਬ ਦਾ ਨਾਂ ਵੀ ਨਿਪੁੰਸਕਤਾ ਦਾ ਸੱਭਿਆਚਾਰ ਹੀ ਹੈ ਅਤੇ ਇਸ ਵਿੱਚ ਉਸਨੇ ਇਸ ਅਫਸੋਸਨਾਕ ਸਥਿਤੀ ਨੂੰ ਚਿਤਰਿਆ ਹੈ ਕਿ ਕਿਸ ਤਰ੍ਹਾਂ ਜਿਨ੍ਹਾਂ ਸਵਾਲਾਂ ਉੱਤੇ ਕੈਨੇਡਾ ਸਰਕਾਰ ਮਲਟੀਨੇਸ਼ਨਲਸ ਦੇ ਦਬਾਅ ਅੱਗੇ ਖਲੋ ਸਕਦੀ ਹੈ, ਉੱਥੇ ਵੀ ਨਹੀਂ ਖਲੋਂਦੀ। ਭਾਵ ਸਰਕਾਰਾਂ ਨੇ ਆਪਣੀਆਂ ਸਰਕਾਰਾਂ ਚਲਾਉਣੀਆਂ ਹੁੰਦੀਆਂ ਹਨ, ਇਸ ਕਰਕੇ ਉਹਨਾਂ ਨੂੰ ਪੈਸਾ ਦੇਣ ਵਾਲੀਆਂ ਮਲਟੀਨੇਸ਼ਨਲ ਕੰਪਨੀਆਂ ਦੀ ਗੱਲ ਮੰਨਣੀ ਪੈਂਦੀ ਹੈ। ਅਤੇ ਇਹੀ ਇਸ ਲੇਖ ਦੇ ਵਿੱਚ ਜਾਂ ਇਸ ਪੁਸਤਕ ਦੇ ਵਿੱਚ ਇਸ ਦੀ ਲੇਖਕਾ ਲਿੰਡਾ ਮੈਕਵੈਗ ਨੇ ਦੱਸਿਆ ਹੈ। ਵਿਦਿਆਰਥੀਓ, ਇਸ ਲੇਖ ਵਿੱਚ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕਰ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਉਹ ਗੱਲਾਂ ਰੈਪੀਟੀਸ਼ਨ ਹਨ। ਸਮਾਂ ਬਚਾਉਣ ਲਈ ਉਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਅੱਗੇ ਲੇਖਕ ਲਿਖਦਾ ਹੈ ਕਿ ਜਿਹੜੀ ਗੱਲ ਇੱਥੋਂ ਦੇ ਸੋਚਵਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਇਹ ਨਿਰਲੱਜ ਸਿਧਾਂਤ ਕਿ ਸੰਸਾਰ ਨੂੰ ਸਰਮਾਏ ਅਤੇ ਸਵਾਰਥਾਂ ਦੀ ਕਿੱਲੀ ਨਾਲ ਪੁੱਠਾ ਲਟਕਾ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਹ ਸਿਧਾਂਤ ਮਨੁੱਖੀ ਸਮਾਜ ਨੂੰ ਅਜਿਹੇ ਪ੍ਰੋਗਰਾਮਬੱਧ ਕੰਪਿਊਟਰ ਵਿੱਚ ਬਦਲਣਾ ਚਾਹੁੰਦਾ ਹੈ ਜਿਸ ਵਿੱਚ ਉਦਾਰਤਾ, ਦਰਦਮੰਦੀ, ਇਨਸਾਨ ਦੋਸਤੀ ਤੇ ਰਹਿਮਦਿਲੀ ਵਾਲੇ ਸੱਭਿਅਕ ਜਜ਼ਬੇ ਤੇ ਭਵਿੱਖ ਬਾਰੇ ਆਸ ਇੱਕ ਅਜਿਹੀ ਅਯਾਸ਼ੀ ਬਣ ਜਾਵੇਗੀ ਜਿਸ ਦੇ ਲਈ ਹਮਾਤੜ ਤਰਸਿਆ ਕਰਨਗੇ। ਕਹਿਣ ਦਾ ਮਤਲਬ ਹੈ ਕਿ ਕੰਪਨੀਆਂ ਦਾ ਸਿਰਫ ਇਹੀ ਕੰਮ ਹੁੰਦਾ ਹੈ ਕਿ ਕਿਸੇ ਵਸਤੂ ਨੂੰ, ਜਿਵੇਂ ਮੰਨ ਲਓ ਕੋਈ ਬੂਟ ਬਣਾਉਣ ਵਾਲੀ ਕੰਪਨੀ ਹੈ ਤਾਂ ਬੂਟ ਬਣਾਉਣ ਵਾਲੀ ਕੰਪਨੀ ਚਾਹੂਗੀ ਕਿ ਉਸ ਦੇ ਬੂਟ ਬਣਾਉਣ ਦੇ ਉੱਤੇ ਘੱਟ ਤੋਂ ਘੱਟ ਕਾਸਟ ਆਵੇ। ਇਸ ਕਰਕੇ ਉਹ ਸਸਤੇ ਮਜ਼ਦੂਰਾਂ ਦੀ ਭਾਲ ਕਰੂਗੀ, ਸਸਤੇ ਮਟੀਰੀਅਲ ਦੀ ਭਾਲ ਕਰੂਗੀ ਤੇ ਆਪਣੇ ਖਰਚੇ ਘੱਟ ਤੋਂ ਘੱਟ ਕਰੂਗੀ। ਪਰ ਜਦੋਂ ਉਹ ਉਸ ਬੂਟ ਨੂੰ ਵੇਚੂਗੀ ਤਾਂ ਉਹ ਮਹਿੰਗੇ ਤੋਂ ਮਹਿੰਗਾ ਵੇਚਣ ਦੀ ਕੋਸ਼ਿਸ਼ ਕਰੂਗੀ। ਤਾਂ ਇਹਦੇ ਨਾਲ ਮਜ਼ਦੂਰ ਵੀ ਲੁੱਟੇ ਜਾਂਦੇ ਹਨ, ਕੱਚਾ ਮਾਲ ਬਣਾਉਣ ਵਾਲੇ ਲੋਕ ਵੀ ਲੁੱਟੇ ਜਾਂਦੇ ਹਨ, ਕੰਪਨੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਲੁੱਟੇ ਜਾਂਦੇ ਹਨ ਤੇ ਇਸ ਦੇ ਨਾਲ ਉਸ ਬੂਟ ਨੂੰ ਖਰੀਦਣ ਵਾਲੇ ਲੋਕ ਵੀ ਲੁੱਟੇ ਜਾਂਦੇ ਹਨ ਤੇ ਸਾਰੇ ਦਾ ਸਾਰਾ ਧਨ ਉਸ ਬੂਟ ਬਣਾਉਣ ਵਾਲੀ ਕੰਪਨੀ ਕੋਲੇ, ਭਾਵ ਮਲਟੀਨੇਸ਼ਨਲ ਕੰਪਨੀਆਂ ਕੋਲੇ ਇਕੱਠਾ ਹੋ ਜਾਂਦਾ ਹੈ। ਇਸ ਸਿਧਾਂਤ ਦੀਆਂ ਕੁਝ ਝਲਕੀਆਂ ਹਾਜ਼ਰ ਹਨ। ਮੌਜੂਦਾ ਆਰਥਿਕ ਵਹਿਣ ਮੰਦੇ ਤੇ ਤੇਜ਼ੀ ਦੇ ਗੇੜ ਵਿੱਚ ਕਿਸੇ ਆਰਜੀ ਪੜਾਅ ਦਾ ਸਿੱਟਾ ਨਹੀਂ, ਸਗੋਂ ਸਮੁੱਚੇ ਢਾਂਚੇ ਵਿੱਚ ਆ ਰਹੀਆਂ ਬੁਨਿਆਦੀ ਤਬਦੀਲੀਆਂ ਦਾ ਸਿੱਟਾ ਹੈ। ਅਣਗਿਣਤ ਕਿੱਤਿਆਂ ਨਾਲ ਸੰਬੰਧਿਤ ਪੂਰੇ ਦੇ ਪੂਰੇ ਵਰਗਾਂ ਲਈ ਦੀਵੇ ਬੁਝ ਰਹੇ ਹਨ। ਅਸੀਂ ਨਿਰਾਸ਼ਤਾ, ਨਾਰਾਜ਼ਗੀ ਤੇ ਨਿਰਾਰਥਕ ਕ੍ਰੋਧ ਦੇ ਦੌਰ ਵਿੱਚ ਦਾਖਲ ਹੋ ਰਹੇ ਹਾਂ। ਟੈਕਸਾਂ ਆਦਿ ਦੀ ਜੁਗਤ ਨਾਲ ਧਨ ਦੀ ਸ਼ਾਇਸਤਾ ਵੰਡ ਦਾ ਜਿਹੜਾ ਅਮਲ ਪਿਛਲੀਆਂ ਕੁਝ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਇਸ ਨੂੰ ਪੁੱਠਾ ਗੇੜ ਆਉਣ ਵਾਲਾ ਹੈ। ਬਹੁਗਿਣਤੀ ਲੋਕਾਂ ਦੇ ਸੰਬੰਧ ਵਿੱਚ ਕਮਾਈ ਇੰਨੀ ਘਟ ਜਾਏਗੀ ਕਿ ਉਹਨਾਂ ਕੋਲ ਕਿਸੇ ਕਿਸਮ ਦੇ ਖੁੱਲ੍ਹੇ ਖਰਚਿਆਂ ਜੋਗੀ ਗੁੰਜਾਇਸ਼ ਨਹੀਂ ਰਹੇਗੀ। ਅਸੀਂ ਇੱਕ ਅਜਿਹੇ ਦੌਰ ਵਿੱਚ ਜਿਉ ਰਹੇ ਹਾਂ ਜਿੱਥੇ ਵਿਰਵੇ ਲੋਕਾਂ ਦੀ ਗਿਣਤੀ ਨੇ ਵਧਣਾ ਹੀ ਵਧਣਾ ਹੈ। ਇਸ ਤਰੀਕੇ ਨਾਲ ਵਿਦਿਆਰਥੀਓ, ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਸਰਕਾਰਾਂ ਨਾਕਾਮ ਰਹਿੰਦੀਆਂ ਹਨ। ਸਰਕਾਰਾਂ ਦੀਆਂ ਨਾਕਾਮੀਆਂ ਨੂੰ ਉਹ ਛੁਪਾਉਣ ਦੇ ਵਿੱਚ ਖੁਦ ਕਾਮਯਾਬ ਹੋ ਜਾਂਦੇ ਹਨ ਤੇ ਇਹ ਸਾਰੇ ਸਿਸਟਮ ਦੇ ਵਿੱਚ ਆਮ ਲੋਕਾਂ ਦੀ ਲੁੱਟ ਹੋ ਜਾਂਦੀ ਹੈ। ਅੱਗੇ ਬਹੁਤ ਵਧੀਆ ਇੱਕ ਕੋਟੇਸ਼ਨ ਹੈ ਜਿਹੜੀ ਕਿ ਲੇਖਕ ਲਿਖਦਾ ਹੈ ਕਿ ਸਿਆਸਤਦਾਨ ਵਾਅਦੇ ਤਾਂ ਕਰਨਗੇ ਪਰ ਅਸਲ ਨਿਰਣਾ ਮੰਡੀ ਦੇ ਹੱਥ ਵਿੱਚ ਹੋਵੇਗਾ। ਸਰਕਾਰਾਂ ਨਿਪੁੰਸਕ ਹਨ, ਸੰਸਾਰ ਹੁਣ ਵਿਸ਼ਵ ਕਾਰਪੋਰੇਸ਼ਨ ਦਾ ਹੈ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਅਜੋਕੇ ਦੌਰ ਵਿੱਚ ਸਰਕਾਰਾਂ ਭਾਵੇਂ ਰਾਜਨੀਤਿਕ ਪਾਰਟੀਆਂ ਹੀ ਬਣਾਉਂਦੀਆਂ ਹਨ ਪਰ ਉਹਨਾਂ ਨੂੰ ਪੈਸਾ ਜਿਹੜਾ ਦਿੱਤਾ ਜਾਂਦਾ ਹੈ ਉਹ ਕਾਰਪੋਰੇਟ ਘਰਾਣਿਆਂ ਦੁਆਰਾ ਦਿੱਤਾ ਜਾਂਦਾ ਹੈ। ਜਿਵੇਂ ਜੇ ਆਪਾਂ ਅਜੋਕੇ ਦੌਰ ਵਿੱਚ ਭਾਰਤ ਦੀ ਗੱਲ ਕਰੀਏ, ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਰਿਲਾਇੰਸ, ਟਾਟਾ, ਬਿਰਲਾ, ਅਡਾਨੀ, ਅਬਾਨੀ, ਇਹ ਸਾਰੇ ਕਾਰਪੋਰੇਟ ਜਿਹੜੇ ਘਰਾਣੇ ਨੇ ਇਹ ਪੈਸਾ ਦਿੰਦੇ ਨੇ ਇਲੈਕਸ਼ਨ ਲੜਨ ਲਈ, ਚੋਣਾਂ ਲੜਨ ਲਈ ਤੇ ਉਸ ਦੇ ਬਦਲੇ ਵਿੱਚ ਫਿਰ ਜ਼ਾਹਰ ਹੈ ਕਿ ਜਿਹੜੀ ਸਰਕਾਰ ਬਣਦੀ ਆ ਉਸ ਸਰਕਾਰ ਨੂੰ ਇਹਨਾਂ ਮਲਟੀਨੇਸ਼ਨਲ ਕੰਪਨੀਆਂ ਦੇ ਹੱਕਾਂ ਵਿੱਚ ਸਾਰੇ ਦੇ ਸਾਰੇ ਕਾਨੂੰਨ ਬਣਾਉਣੇ ਪੈਂਦੇ ਹਨ। ਕਾਲੇ ਕਿਸਾਨੀ ਕਾਨੂੰਨ ਵੀ ਇਸੇ ਹੀ ਗੱਲ ਵਿੱਚੋਂ ਨਿਕਲੇ ਹਨ। ਅੱਗੇ ਲੇਖਕ ਲਿਖਦਾ ਹੈ ਕਿ ਧਨ ਪੈਦਾ ਕਰਨ ਵਾਲੀਆਂ ਤੇ ਧਨ ਦੀਆਂ ਮਾਲਕ ਸ਼ਕਤੀਆਂ ਮਲਟੀਨੇਸ਼ਨਲਸ ਨੂੰ ਇਹ ਜਾਂਚ ਆ ਗਈ ਹੈ ਕਿ ਉਹ ਆਪਣੇ ਹਿਸਾਬ ਖਾਤੇ ਤੇ ਅੰਦਰੂਨੀ ਕੌਮਾਂਤਰੀ ਲੈਣ ਦੇਣ ਅਜਿਹੇ ਢੰਗ ਨਾਲ ਚਲਾਉਣ ਕਿ ਉਹਨਾਂ ਦੇ ਮੁਨਾਫੇ ਅਸਲ ਦੇਸ਼ ਦੀ ਥਾਂ ਅਜਿਹੇ ਦੇਸ਼ਾਂ ਵਿੱਚ ਸਾਹਮਣੇ ਆਉਣ ਜਿੱਥੇ ਟੈਕਸ ਨਾ ਮਾਤਰ ਹੀ ਹੈ। ਸੋ ਮਲਟੀਨੇਸ਼ਨਲ ਕੰਪਨੀਆਂ ਇਹ ਸੋਚ ਸਮਝ ਕੇ ਵਪਾਰ ਕਰਦੀਆਂ ਹਨ। ਉਹਨਾਂ ਨੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਵਪਾਰ ਕਰ ਲੈਣਾ ਹੁੰਦਾ ਹੈ। ਉਹ ਆਪਦਾ ਡਾਟਾ ਇਕੱਠਾ ਕਰਦੀਆਂ ਹਨ ਕਿ ਕਿੱਥੇ ਸਾਨੂੰ ਵਪਾਰ ਕਰਨਾ ਸਭ ਤੋਂ ਜ਼ਿਆਦਾ ਮੁਨਾਫੇ ਵਾਲਾ ਸੌਦਾ ਲੱਗਦਾ ਹੈ ਤੇ ਉੱਥੇ ਹੀ ਉਹ ਵਪਾਰ ਕਰਦੀਆਂ ਹਨ। ਇਸੇ ਕਰਕੇ ਭਾਰਤ ਵੀ ਉਹਨਾਂ ਲਈ ਇੱਕ ਅਜਿਹੀ ਹੀ ਮੰਡੀ ਹੈ। ਜਦੋਂ ਆਪਾਂ ਈਸਟ ਇੰਡੀਆ ਕੰਪਨੀ ਦੀ ਗੱਲ ਕਰਦੇ ਹਾਂ, ਇੰਗਲੈਂਡ ਤੋਂ ਆਈ ਸੀ ਜਿਹੜੀ, ਉਹ ਵੀ ਇੱਥੇ ਇਸੇ ਕਰਕੇ ਆਈ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਬਹੁਤ ਹੀ ਸਸਤੀ ਲੇਬਰ ਹੈਗੀ ਹੈ ਤੇ ਬਹੁਤ ਹੀ ਸਸਤਾ ਕੱਚਾ ਮਾਲ ਹੈ ਤੇ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹ ਪ੍ਰੋਡਕਸ਼ਨ ਬਹੁਤ ਹੀ ਵਧੀਆ ਕਿਸਮ ਦੀ ਹੁੰਦੀ ਹੈ ਜਿਸ ਨੂੰ ਕਿ ਉਹ ਇੱਥੇ ਹੀ ਲੋਕਾਂ ਕੋਲੇ ਮਹਿੰਗੀ ਵੇਚ ਕੇ ਤੇ ਉਹਦੇ ਪੈਸਾ ਸਾਰੇ ਦਾ ਸਾਰਾ ਇੰਗਲੈਂਡ ਲੈ ਜਾਂਦੇ ਸਨ। ਤੇ ਅਜੋਕੇ ਦੌਰ ਵਿੱਚ ਵੀ ਇੰਟਰਨੈਸ਼ਨਲ ਪੱਧਰ ਤੇ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਨੇ ਜਿਹੜੀਆਂ ਭਾਰਤ ਵਿੱਚ ਆ ਕੇ ਇਸੇ ਤਰੀਕੇ ਨਾਲ ਵਪਾਰ ਕਰ ਰਹੀਆਂ ਹਨ। ਅੱਗੇ ਆਪਾਂ ਪੜ੍ਹਦੇ ਹਾਂ ਕਿ ਪਹਿਲੀ ਨਜ਼ਰੇ ਇੰਜ ਜਾਪੇਗਾ ਜਿਵੇਂ ਇਹ ਗੱਲ ਸਰਮਾਏਦਾਰੀ ਨਿਜ਼ਾਮ ਦਾ ਕੋਈ ਕੱਟੜ ਵਿਰੋਧੀ ਇਸ ਦੇ ਖਿਲਾਫ ਨਫ਼ਰਤ ਪੈਦਾ ਕਰਨ ਲਈ ਕਰ ਰਿਹਾ ਹੈ, ਪਰ ਗੱਲ ਇਸ ਦੇ ਐਨ ਉਲਟ ਹੈ। ਇਹ ਗੱਲਾਂ ਆਖਣ ਵਾਲਾ ਸੋਚਵਾਨ ਮਿਸਟਰ ਈਅਨ ਐਂਜਲ ਹੈ ਜਿਹੜਾ ਨਵ ਕੰਜ਼ਰਵੇਟਿਵ ਅਕੀਦੇ ਦਾ ਨਵਾਂ ਪੂਜਨੀਕ ਗੁਰੂ ਹੈ। ਉਹ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਇਨਫੋਰਮੇਸ਼ਨ ਸਿਸਟਮ ਦਾ ਪ੍ਰੋਫੈਸਰ ਹੈ। ਪੱਛਮ ਦੇ ਬਹੁਤ ਸਾਰੇ ਸਿਆਸੀ ਆਗੂ ਮਿਸਟਰ ਈਅਨ ਵਾਂਗ ਸੋਚਦੇ ਹਨ, ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਸਿਆਸੀ
ਮਸਲਹਤਾਂ ਕਾਰਨ ਉਹ ਉਸ ਵਾਂਗ ਮੂੰਹ ਫੱਟ ਨਹੀਂ ਹੋ ਸਕਦੇ। ਵਪਾਰ ਚੈਂਬਰਾਂ ਦੇ ਸਾਲਾਨਾ ਸਮਾਗਮਾਂ, ਕੰਜ਼ਰਵੇਟਿਵ ਕਨਵੈਨਸ਼ਨਾਂ ਤੇ ਮਲਟੀਨੇਸ਼ਨਲਸ ਦੀਆਂ ਦਾਵਤਾਂ ਵਿੱਚ ਤਕਰੀਰਾਂ ਲਈ ਉਹਨਾਂ ਨੂੰ ਸੱਦਿਆ ਦੀ ਵਾਰੀ ਨਹੀਂ ਆਉਂਦੀ। ਮਿਸਟਰ ਈਅਨ ਜਾਣਦੇ ਹਨ ਕਿ ਕੌਮਾਂਤਰੀ ਸਰਮਾਏ ਦੀ ਜਿਹੜੀ ਰੂਪ-ਰੇਖਾ ਉਹ ਪੇਸ਼ ਕਰਦੇ ਹਨ, ਉਹ ਸਰਮਾਏਦਾਰੀ ਲਈ ਹਮਾਇਤ ਜਾਂ ਹਮਦਰਦੀ ਜਿੱਤਣ ਵਾਲੀ ਨਹੀਂ ਹੈ। ਬੱਚਿਓ, ਇੱਥੇ ਇਹ ਵਿਚਾਰ ਪੇਸ਼ ਕੀਤਾ ਗਿਆ ਵੀ ਮਲਟੀਨੇਸ਼ਨਲ ਕੰਪਨੀਆਂ ਤੇ ਸਰਕਾਰਾਂ ਦੀਆਂ ਇਹਨਾਂ ਚਾਲਾਂ ਨੂੰ ਜਦੋਂ ਬੰਦੇ ਸਮਝ ਲੈਂਦੇ ਹਨ ਜਿਹੜੇ, ਤਾਂ ਉਹਨਾਂ ਨੂੰ ਇਹ ਮਲਟੀਨੇਸ਼ਨਲ ਕੰਪਨੀਆਂ ਤੇ ਸਰਕਾਰਾਂ ਬਹੁਤ ਤਰ੍ਹਾਂ ਦੇ ਲਾਲਚ ਦੇ ਕੇ ਤੇ ਉਹਨਾਂ ਨੂੰ ਭੜਕਾ ਕੇ, ਕਹਿਣ ਦਾ ਮਤਲਬ ਉਹਨਾਂ ਨੂੰ ਇਹ ਦੱਸ ਕੇ ਕਿ ਅਸੀਂ ਦੇਸ਼ ਦੀ ਤਰੱਕੀ ਜਾਂ ਦੇਸ਼ ਦੀ ਖੁਸ਼ਹਾਲੀ ਲਈ ਸਭ ਕੁਝ ਕਰ ਰਹੇ ਹਾਂ, ਅਜਿਹੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਪੱਟ ਲੈਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦੇ ਕੇ, ਬਹੁਤ ਸਾਰਾ ਪੈਸਾ ਦੇ ਕੇ ਆਪਣੀ ਕੰਪਨੀ ਲਈ ਹੀ ਨਵੀਆਂ ਗੱਲਾਂ ਸੋਚਣ ਲਈ ਹਾਇਰ ਕਰ ਲੈਂਦੇ ਨੇ, ਉਹਨਾਂ ਨੂੰ ਨੌਕਰੀਆਂ 'ਤੇ ਰੱਖ ਲੈਂਦੇ ਨੇ। ਇਸ ਤਰੀਕੇ ਨਾਲ ਜਿਹੜਾ ਇਹ ਸਾਰਾ ਪਸਾਰਾ ਹੈਗਾ, ਇਹ ਪੂੰਜੀ ਕੇਂਦਰਿਤ ਹੋ ਗਿਆ ਤੇ ਪੂੰਜੀ ਹੈ ਜਿਹੜੀ, ਜਾਂ ਕਹਿ ਲਓ ਮਲਟੀਨੇਸ਼ਨਲ ਕੰਪਨੀਆਂ ਨੇ, ਜਾਂ ਕਹਿ ਲਓ ਜਿਹੜੀ ਇਹ ਸਰਮਾਇਆ ਹੈ, ਇਹ ਸਾਰੇ ਕਾਸੇ ਤੇ ਆਪਣਾ ਗਲਬਾ ਸਥਾਪਿਤ ਕਰ ਚੁੱਕਾ ਹੈ। ਕੀ ਮਿਸਟਰ ਈਅਨ ਦੀਆਂ ਖੌਫਨਾਕ ਪੇਸ਼ਨਗੋਈਆਂ ਸੱਚਮੁੱਚ ਦਰੁਸਤ ਸਾਬਤ ਹੋਣ ਵਾਲੀਆਂ ਹਨ? ਕੀ 21ਵੀਂ ਸਦੀ ਅਜਿਹੇ ਸਿਆਸੀ ਤੇ ਸਮਾਜੀ ਪ੍ਰਬੰਧਾਂ ਨਾਲ ਸ਼ੁਰੂ ਹੋਵੇਗੀ ਜਿੱਥੇ ਕੌਮੀ ਰਾਜ ਪ੍ਰਭੂ ਸੱਤਾ ਤੋਂ ਵਾਂਝੇ ਹੋ ਜਾਣਗੇ, ਜਿੱਥੇ ਵਸੀਲੇ ਰਹਿਤ ਸਰਕਾਰਾਂ ਚਾਹੁਣ ਤੇ ਵੀ ਲੋਕਾਂ ਦੇ ਭਲੇ ਲਈ ਕੁਝ ਨਹੀਂ ਕਰ ਸਕਣਗੀਆਂ, ਜਿੱਥੇ ਪਾਰਲੀਮੈਂਟਾਂ ਦਾ ਨੁਮਾਇਸ਼ ਮੁੱਲ ਵੀ ਨਹੀਂ ਰਹੇਗਾ, ਜਿੱਥੇ ਦੁਨਿਆਵੀ ਕਿਸਮ ਦੇ ਮੰਤਵ ਹੀ ਸਰਵ ਉੱਚ ਮੰਤਵ ਹੋਣਗੇ, ਜਿੱਥੇ ਲਾਲਸਾ ਦੀ ਦੌੜ ਵਿੱਚ ਹਾਰ ਜਾਣ ਵਾਲਾ ਵਿਅਕਤੀ ਸਵਾਏ ਰੁਲਣ ਦੇ ਹੋਰ ਕਿਸੇ ਜੋਗਾ ਨਹੀਂ ਰਹੇਗਾ। ਜ਼ਾਹਰ ਹੈ ਕਿ ਅਜਿਹੀ ਬੇਮੁਰੱਵਤ ਅਤੇ ਕੁਰਖਤ ਦੁਨੀਆ ਵਿੱਚ ਕਵਿਤਾ ਲਈ ਤੇ ਸੰਗੀਤ ਲਈ ਪ੍ਰੇਰਨਾ ਵੀ ਪਿੱਛੇ ਰਹਿ ਜਾਵੇਗੀ। ਕਹਿਣ ਦਾ ਮਤਲਬ ਬੱਚੇ ਕਿ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਤੇ ਸਰਕਾਰਾਂ ਨੇ ਰਲ ਕੇ ਦੁਨੀਆ ਦੇ ਉੱਤੇ ਪੂੰਜੀ ਦਾ ਗਲਬਾ ਸਥਾਪਿਤ ਕੀਤਾ ਹੋਇਆ ਹੈ, ਉਹਦੇ ਨਾਲ ਸਾਰੇ ਤਰ੍ਹਾਂ ਦੇ ਜਿਹੜੇ ਸੰਜੀਦਾ ਲੋਕ ਨੇ ਜਾਂ ਜਿਹੜੇ ਭਾਵੁਕ ਲੋਕ ਨੇ, ਜਿਹੜੇ ਕਵਿਤਾਵਾਂ ਨਾਲ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕਲਾ ਦੇ ਨਾਲ ਜੁੜੇ ਹੋਏ ਹਨ, ਉਹਨਾਂ ਸਾਰਿਆਂ ਦਾ ਕੀ ਬਣੇਗਾ? ਸੋ ਇੱਥੇ ਸਾਰਾ ਕੁਝ ਪੂੰਜੀ ਕੇਂਦਰਿਤ ਜਾਂ ਪਦਾਰਥ ਕੇਂਦਰਿਤ ਹੋ ਜਾਵੇਗਾ ਤੇ ਲੋਕਾਂ ਦੇ ਭਾਵ ਖਤਮ ਹੋ ਜਾਣਗੇ। ਪੱਛਮੀ ਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਕਿ ਉੱਥੋਂ ਦੇ ਲੋਕ ਇੱਕ ਦੂਜੇ ਪ੍ਰਤੀ ਇੰਨਾ ਪਿਆਰ ਜਾਂ ਇੰਨਾ ਸਨੇਹ ਨਹੀਂ ਜਤਾਉਂਦੇ ਜਿੰਨਾ ਕਿ ਭਾਰਤ ਦੇ ਲੋਕ ਜਤਾਉਂਦੇ ਹਨ। ਜੇ ਸਾਡੇ ਭਾਰਤ ਦੇ ਕਿਸੇ ਵਿਅਕਤੀ ਤੋਂ ਰਾਹ ਪੁੱਛ ਲਿਆ ਜਾਵੇ ਤਾਂ ਉਹ ਘਰੇ ਛੱਡ ਕੇ ਆਉਣ ਤੱਕ ਜਾਂਦਾ ਹੈ, ਤੇ ਵਿਦੇਸ਼ਾਂ ਵਿੱਚ ਜੇ ਕਿਸੇ ਤੋਂ ਰਾਹ ਪੁੱਛ ਲਿਆ ਜਾਵੇ ਤਾਂ ਉਹ ਅੱਗੋਂ ਡੋਂਟ ਵੇਸਟ ਮਾਈ ਟਾਈਮ ਹੀ ਕਹਿੰਦਾ ਹੈ। ਪੂੰਜੀ ਦੇ ਪਸਾਰਾਂ ਨਾਲ ਇਸ ਤਰ੍ਹਾਂ ਦੀਆਂ ਹੀ ਗੱਲਾਂ ਦੁਨੀਆ ਵਿੱਚ ਵਾਪਰਨਗੀਆਂ। ਇੱਥੋਂ ਦੇ ਇੱਕ ਸਰਕਰਦਾ ਪੱਤਰਕਾਰ ਤੇ ਸਿਰਕੱਢ ਚਿੰਤਕ ਮਿਸਟਰ ਡੈਲਟ ਕੈਂਪ ਨੇ ਆਪਣੇ ਇੱਕ ਤਾਜ਼ਾ ਲੇਖ ਵਿੱਚ ਲਿਖਿਆ ਹੈ, ਉਹ ਮਿਸਟਰ ਈਅਨ ਜੋ ਕੁਝ ਕਹਿੰਦਾ ਹੈ ਠੀਕ ਹੀ ਕਹਿੰਦਾ ਹੈ ਕਿ ਹਕੂਮਤਾਂ ਮਲਟੀਨੈਸ਼ਨਲਸ ਦੀਆਂ ਬੇਦਾਮ ਗੁਲਾਮ ਹੋ ਗਈਆਂ ਹਨ। ਇਹ ਗੱਲ ਬਿਜ਼ਨਸ ਪ੍ਰੈਸ ਚੰਗੀ ਤਰ੍ਹਾਂ ਜਾਣਦੀ ਹੈ। ਮਿਸਟਰ ਪਾਲ ਮਾਰਟਨ ਕੈਨੇਡਾ ਦਾ ਖਜ਼ਾਨਾ ਮੰਤਰੀ ਜਾਣਦਾ ਹੈ। ਹਰ ਸੱਜੇ ਪੱਖੀ ਲੱਲੂ ਪੰਜੂ ਟੋਰੀ ਵੀ ਜਾਣਾ ਹੈ। ਫਰਕ ਇੰਨਾ ਹੈ ਕਿ ਅਸੀਂ ਇਸ ਬਾਰੇ ਬੋਲਦੇ ਨਹੀਂ। ਮਿਸਟਰ ਡੈਲਟਨ ਲਿਖਦੇ ਹਨ, ਇਹ ਅਖੌਤੀ ਨਵੀਂ ਦੁਨੀਆ ਅਸੀਂ ਨਹੀਂ ਬਣਾਈ, ਸਰਮਾਏਦਾਰੀ ਆਪ ਜਮਹੂਰੀਅਤ ਦਾ ਘਾਤ ਕਰ ਰਹੀ ਹੈ। ਦੇਖੋ ਉਹੀ ਗੱਲ ਇੱਥੇ ਲੇਖ ਵਿੱਚ ਆ ਗਈ। ਇੱਥੇ ਤਿੰਨ ਧਿਰਾਂ ਨੇ, ਸਰਮਾਏਦਾਰੀ, ਜਮਹੂਰੀਅਤ ਅਤੇ ਲੋਕ। ਸਰਮਾਏਦਾਰੀ ਸਿਆਸਤਾਂ ਨੂੰ ਚਲਾਉਂਦੀ ਹੈ ਤੇ ਲੋਕਾਂ ਦੇ ਉੱਤੇ ਅਪਲਾਈ ਕਰਦੀ ਹੈ। ਲੋਕਾਂ ਦੀ ਲੁੱਟ ਹੁੰਦੀ ਹੈ, ਸਿਆਸਤ ਵਰਤੀ ਜਾਂਦੀ ਹੈ ਤੇ ਸਰਮਾਏਦਾਰੀ ਕੋਲੇ ਧਨ ਇਕੱਠਾ ਹੁੰਦਾ ਹੈ। ਇੱਥੇ ਇਹ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਮਿਸਟਰ ਡੈਲਟਨ ਕੈਂਪ ਦਾ ਖੱਬੇ ਪੱਖੀ ਵਿਚਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਉਹ ਪੁਰਾਣੀ ਤਰਜ਼ ਦੀ ਉਸ ਲਿਬਰਲ ਸੋਚ ਦੇ ਹਾਮੀ ਹਨ ਜਿਸ ਨੂੰ ਕੰਜ਼ਰਵੇਟਿਵ ਪਾਰਟੀ ਵੀ ਕਦੇ ਆਪਣੀ ਨੀਤੀ ਦਾ ਹਿੱਸਾ ਸਮਝਦੀ ਸੀ। ਵਾਸਤੇ ਵਿੱਚ ਕਿਸੇ ਜ਼ਮਾਨੇ ਵਿੱਚ ਉਹ ਕੰਜ਼ਰਵੇਟਿਵ ਪਾਰਟੀ ਦੇ ਸਰਕਰਦਾ ਆਗੂ ਵੀ ਗਿਣੇ ਜਾਂਦੇ ਰਹੇ ਹਨ, ਪਰ ਹੁਣ ਉਹ ਨਵ ਕੰਜ਼ਰਵੇਟਿਵ ਸੋਚ ਦੇ ਤਿੱਖੇ ਆਲੋਚਕ ਹਨ। ਜੇ ਮਿਸਟਰ ਡੈਲਟਨ ਕੈਂਪ ਜਿਹੇ ਸੋਚਵਾਨ ਵੀ ਇੱਕ ਅਜਿਹੇ ਵਣਜ ਸੰਸਾਰ ਪ੍ਰਤੀ ਹਕਾਰਤ ਦਾ ਇਜ਼ਹਾਰ ਕਰਦੇ ਹਨ ਜਾਂ ਵਿਸ਼ਵ ਇਲੈਕਟ੍ਰੋਨਿਕਸ ਤੇ ਸੰਚਾਰ ਨੈਟਵਰਕ ਦੀ ਦੇਣ ਹੈ ਅਤੇ ਸਾਈਬਰ ਸਪੇਸ ਦੇ ਲਾ ਕਾਨੂੰਨ ਬ੍ਰਹਿਮੰਡ ਵਿੱਚ ਵਿਚਰਦਾ ਹੈ, ਤਾਂ ਇੱਥੋਂ ਅੰਦਾਜ਼ਾ ਹੋ ਸਕਦਾ ਹੈ ਕਿ ਨਵਾਂ ਸੰਸਾਰ ਕਿੰਨਾ ਤੰਗ ਦਿਲ ਤੇ ਬੇਰੂਹ ਹੋਵੇਗਾ। ਬੱਚਿਓ, ਲੇਖਕ ਨੇ ਆਉਣ ਵਾਲੇ ਸਮੇਂ ਦੀਆਂ ਸਥਿਤੀਆਂ ਵੱਲ ਇਸ਼ਾਰਾ ਕੀਤਾ ਹੈ ਕਿ ਜੇ ਇਸੇ ਤਰੀਕੇ ਨਾਲ ਹਾਲਾਤ ਚੱਲਦੇ ਰਹੇ
ਤੇ ਤਾਂ ਤੁਸੀਂ ਦੇਖੋ ਕਿ ਸਾਨੂੰ ਸਾਹ ਲੈਣ ਲਈ ਆਕਸੀਜਨ, ਆਪਣੇ ਘਰਾਂ ਦੇ ਵਿੱਚ ਸੌਣ ਦੇ ਵੀ ਪੈਸੇ ਦੇਣੇ ਪੈ ਸਕਦੇ ਹਨ, ਸਾਹ ਲੈਣ ਦੇ ਪੈਸੇ ਵੀ ਦੇਣੇ ਪੈ ਸਕਦੇ ਹਨ, ਤੇ ਸਾਨੂੰ ਜਿਉਣ ਦੇ ਪੈਸੇ ਵੀ ਦੇਣੇ ਪੈ ਸਕਦੇ ਹਨ। ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਜਾਂ ਸਰਮਾਏਦਾਰ ਲੋਕ ਨੇ, ਉਹਨਾਂ ਦਾ ਇਹੀ ਕੰਮ ਹੈ ਕਿ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਲੁੱਟ ਕੀਤੀ ਜਾ ਸਕਦੀ ਹੈ ਉਨੀ ਲੁੱਟ ਕੀਤੀ ਜਾਵੇ, ਤੇ ਇਹ ਵੀ ਲੁੱਟ ਦਾ ਹਿੱਸਾ ਹੀ ਹੋਵੇਗਾ, ਕਿਉਂਕਿ ਜਦੋਂ ਉਹਨਾਂ ਨੇ ਲੋਕਾਂ ਤੋਂ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ ਤਾਂ ਅਖੀਰ ਦੇ ਵਿੱਚ ਇਹੀ ਰਾਹ ਬਚੇਗਾ ਕਿ ਉਹ ਲੋਕਾਂ ਤੋਂ ਪੈਸਾ ਇਕੱਠਾ ਕਰ ਸਕਣ। ਇਸ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਪ੍ਰਚਾਰੇ ਜਾ ਰਹੇ ਸਿਧਾਂਤ ਦੇ ਤੇਜ਼ਾਬੀ ਗੁਬਾਰ ਦਾ ਹੀ ਅਸਰ ਕਹਿਣਾ ਚਾਹੀਦਾ ਹੈ ਕਿ ਇਹ ਦਹਾਕਾ ਸੂਖਮ ਸਾਹਿਤ ਤੇ ਸੰਗੀਤ ਦੇ ਖੇਤਰ ਵਿੱਚ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਸਿਰਜ ਸਕਿਆ। ਸਿਆਸਤ ਦੇ ਖੇਤਰ ਵਿੱਚ ਵੀ ਇਸ ਦਹਾਕੇ ਨੂੰ ਜੇ ਕੋਈ ਗੱਲ ਕਿਸੇ ਦਾਅਵੇ ਜੋਗਾ ਬਣਾਉਂਦੀ ਹੈ ਤਾਂ ਉਹ ਹੈ ਦੱਖਣੀ ਅਫਰੀਕਾ ਵਿੱਚ ਨੈਲਸਨ ਮੰਡੇਲਾ ਦੀ ਅਗਵਾਈ ਹੇਠ ਨਸਲੀ ਭੇਦਭਾਵ ਦਾ ਖਾਤਮਾ। ਨਹੀਂ ਤਾਂ ਇਸ ਦਹਾਕੇ ਦੇ ਪੱਲੇ ਬਹੁਤੀਆਂ ਅਜਿਹੀਆਂ ਹੌਲੀਆਂ ਘਟਨਾਵਾਂ ਹੀ ਹਨ ਜਿਹੜੀਆਂ ਜਰਮਾਨਿਆਂ ਦਾ 70 ਵੀਹ 100 ਦੀ ਕਹਾਵਤ ਨੂੰ ਉੱਭਰਵੇਂ ਢੰਗ ਨਾਲ ਸਹੀ ਸਾਬਤ ਕਰਦੀਆਂ ਹਨ। ਭਾਵੇਂ ਇਹ ਘਟਨਾਵਾਂ ਇਰਾਕ ਉੱਤੇ ਹਮਲੇ ਦੇ ਨਾਲ ਸੰਬੰਧ ਰੱਖਦੀਆਂ ਹਨ, ਫਲਸਤੀਨੀ ਇਲਾਕਿਆਂ ਵਿੱਚ ਇਸਰਾਈਲ ਵੱਲੋਂ ਉਸਾਰੀਆਂ ਜਾ ਰਹੀਆਂ ਬਸਤੀਆਂ ਨਾਲ ਜਾਂ ਨਸਲੀ ਕਬੀਲਿਆਂ ਤੇ ਮਜ਼ਹਬਾਂ ਦੀਆਂ ਖੂਨੀ ਲੜਾਈਆਂ ਨਾਲ। ਇਸ ਦਹਾਕੇ ਕੋਲ 12-14 ਮਹੀਨੇ ਹੀ ਹਨ ਜਿਨ੍ਹਾਂ ਵਿੱਚ ਇਹ ਮਨੁੱਖੀ ਜ਼ਮੀਰ ਨੂੰ ਵੰਗਾਰਨ ਅਤੇ ਵਿਚਾਰਾਂ ਤੇ ਜਜ਼ਬਿਆਂ ਨੂੰ ਝੰਜੋੜਨ ਲਈ ਕੋਈ ਉਪਰਾਲਾ ਕਰ ਸਕਦਾ ਹੈ। ਨਹੀਂ ਤਾਂ ਇਸ ਦੇ ਲਈ ਨੈਸਟੀ 90 ਦਾ ਨਾਂ ਤਾਂ ਤਜਵੀਜ਼ ਹੋ ਹੀ ਚੁੱਕਾ ਹੈ। ਅਫਸੋਸ 21ਵੀਂ ਸਦੀ ਦਾ ਹੈ ਜਿਹੜੀ ਇਸ ਦਹਾਕੇ ਦੇ ਮੱਥੇ ਲੱਗ ਕੇ ਸ਼ੁਰੂ ਹੋਵੇਗੀ। ਸੋ ਵਿਦਿਆਰਥੀਓ, ਜਿੱਥੇ ਲੇਖਕ ਨੇ 20ਵੀਂ ਸਦੀ ਦੇ ਆਖਰੀ ਦਹਾਕੇ ਬਾਰੇ ਇਸ ਲੇਖ ਵਿੱਚ ਗੱਲਾਂ ਕੀਤੀਆਂ ਹਨ, ਉੱਥੇ ਉਸਨੇ ਆਉਣ ਵਾਲੀ ਨਵੀਂ ਸਦੀ ਬਾਰੇ ਵੀ ਕੁਝ ਕੁ ਸੰਭਾਵਨਾਵਾਂ ਜਾਂ ਸੰਭਾਵਿਤ ਰੂਪ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵੱਲ ਇਸ਼ਾਰਾ ਵੀ ਕੀਤਾ ਹੈ। ਹੁਣ ਵਿਦਿਆਰਥੀਓ, ਆਪਾਂ ਇਸ ਲੇਖ ਦੇ ਵਿਸ਼ਿਆਂ 'ਤੇ ਚਾਨਣਾ ਪਾਵਾਂਗੇ। ਸੋ ਵਿਦਿਆਰਥੀਓ, ਜਿਸ ਤਰੀਕੇ ਨਾਲ ਆਪਾਂ ਇਸ ਲੇਖ ਨੂੰ ਹੁਣੇ ਪੜ੍ਹਿਆ ਹੈ ਤਾਂ ਸਭ ਤੋਂ ਪਹਿਲਾ ਵਿਸ਼ਾ ਇਸ ਦਾ ਹੈਗਾ ਵਿਸ਼ਵ ਆਰਥਿਕ ਰਾਜਨੀਤੀ। ਜਿਵੇਂ ਅਰਥ ਵਿਵਸਥਾ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਜਿਸ ਤਰ੍ਹਾਂ ਦੀਆਂ ਰਾਜਨੀਤਿਕ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਹਨਾਂ ਨੂੰ ਇਸ ਲੇਖ ਦੇ ਵਿੱਚ ਬਿਆਨਿਆ ਹੈ। ਦੂਸਰਾ ਇਸ ਦਾ ਵਿਸ਼ਾ ਹੈ ਕੈਨੇਡਾ ਅਤੇ ਅਮਰੀਕਾ ਦੀ ਆਰਥਿਕਤਾ, ਕਿਉਂਕਿ ਪੱਛਮੀ ਦੇਸ਼ਾਂ ਵਿੱਚ ਕੈਨੇਡਾ ਅਤੇ ਅਮਰੀਕਾ ਦੋ ਅਜਿਹੇ ਦੇਸ਼ ਹਨ ਜਿਹੜੇ ਸਾਰੇ ਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜਾਂ ਕਹਿ ਲਵੋ ਕਿ ਸਾਰੇ ਦੇਸ਼ਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਆਰਥਿਕ ਤੌਰ 'ਤੇ ਮਜ਼ਬੂਤ ਹਨ। ਅਤੇ ਇਹਨਾਂ ਵਿੱਚ ਦੇਸ਼ਾਂ ਵਿੱਚ ਵਾਪਰਨ ਵਾਲੀਆਂ ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਸਮਾਜਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਜਾਂ ਵਾਪਰਨ ਵਾਲੇ ਪਰਿਵਰਤਨਾਂ ਦਾ ਬਾਕੀ ਸਾਰੀ ਦੁਨੀਆ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੁੰਦਾ ਹੈ। ਤੀਸਰਾ ਜਿਹੜਾ ਇਸ ਲੇਖ ਦਾ ਵਿਸ਼ਾ ਹੈਗਾ ਸੋਵੀਅਤ ਯੂਨੀਅਨ ਟੁੱਟਣ ਦੇ ਵਿਸ਼ਵ ਅਰਥਚਾਰੇ 'ਤੇ ਪ੍ਰਭਾਵ ਕੀ ਪਏ ਹਨ। ਮਤਲਬ ਸੋਵੀਅਤ ਯੂਨੀਅਨ ਟੁੱਟਣ ਦੇ ਨਾਲ USSR ਦੀ ਗੱਲ ਹੋ ਰਹੀ ਹੈ ਇੱਥੇ। USSR ਦੇ ਟੁੱਟਣ ਨਾਲ ਦੁਨੀਆ ਦੇ ਉੱਤੇ ਕੀ ਪ੍ਰਭਾਵ ਪਏ, ਇਸ ਬਾਰੇ ਵੀ ਇਸ ਲੇਖ 'ਚ ਚਰਚਾ ਕੀਤੀ ਗਈ ਹੈ। ਏਸ਼ੀਆਈ ਫਲੂ ਨਾਲ ਵਿਗੜਿਆ ਵਿਸ਼ਵ ਅਰਥਚਾਰਾ, ਇਸ ਵਿਸ਼ੇ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਉਸੇ ਦਹਾਕੇ ਦੇ ਵਿੱਚ ਏਸ਼ੀਆ ਦੇ ਵਿੱਚ ਇੱਕ ਫਲੂ ਆਇਆ ਸੀ ਜਿਸ ਨਾਲ ਏਸ਼ੀਆ ਦੀਆਂ ਵੱਡੀਆਂ ਕਹਿੰਦੀਆਂ ਕਹਾਉਂਦੀਆਂ ਅਰਥ ਵਿਵਸਥਾਵਾਂ ਨੂੰ ਥੱਲੇ ਸੁੱਟ ਕੇ ਰੱਖ ਦਿੱਤਾ ਸੀ ਇਸ ਫਲੂ ਨੇ। ਇਸ ਤੋਂ ਬਾਅਦ ਇਸ ਲੇਖ ਦੇ ਵਿੱਚ ਰਾਜ ਸੱਤਾ ਤੇ ਮੀਡੀਆ ਦੀ ਗੱਲ ਵੀ ਹੋਈ ਹੈ ਕਿ ਕਿਸ ਤਰੀਕੇ ਨਾਲ ਰਾਜ ਸੱਤਾ ਮੀਡੀਆ ਨੂੰ ਵਰਤ ਕੇ ਆਪਣੇ ਅਨੁਸਾਰ ਆਪਣੀਆਂ ਗੱਲਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਾਉਂਦੀ ਹੈ। ਜਾਪਾਨ ਦੀ ਅਰਥ ਵਿਵਸਥਾ ਦੀ ਗੱਲ ਵੀ ਹੋਈ ਹੈ ਜਿਸ ਦੇ ਸਾਰੀ ਦੁਨੀਆ ਉੱਤੇ ਕਿਸ ਤਰੀਕੇ ਨਾਲ ਪ੍ਰਭਾਵ ਪਏ ਹੈ, ਇਹ ਚਰਚਾ ਹੋਈ ਹੈ। ਸਿੱਖਿਆ ਸੰਸਥਾਵਾਂ ਦਾ ਕੱਚ ਸੱਚ ਇੱਥੇ ਪੇਸ਼ ਕੀਤਾ ਗਿਆ ਹੈ ਵੀ ਸਿੱਖਿਆ ਸੰਸਥਾਵਾਂ ਸਿਰਫ ਵੱਡੀਆਂ ਕੰਪਨੀਆਂ ਜਾਂ ਵੱਡੇ ਦੇਸ਼ਾਂ ਤੋਂ ਪੈਸਾ ਲੈਣ ਦੀ ਖਾਤਰ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਡਾਇਰੈਕਸ਼ਨਸ ਦੇ ਆਧਾਰ 'ਤੇ ਹੀ ਸਿੱਖਿਆ ਦਿੰਦੇ ਹਨ। ਜਿਸ ਤਰ੍ਹਾਂ ਦੇ ਵਿਦਿਆਰਥੀ ਜਾਂ ਪ੍ਰੋਡਕਸ਼ਨ ਇਹਨਾਂ ਮਲਟੀਨੇਸ਼ਨਲ ਕੰਪਨੀਆਂ ਜਾਂ ਸਰਮਾਏਦਾਰ ਦੇਸ਼ਾਂ ਨੂੰ ਚਾਹੀਦੀਆਂ ਹਨ, ਉਸੇ ਤਰ੍ਹਾਂ ਦੀ ਪੜ੍ਹਾਈ ਹੀ ਇਹਨਾਂ ਸਿੱਖਿਆ ਸੰਸਥਾਵਾਂ ਵਿੱਚ ਕਰਵਾਈ ਜਾਂਦੀ ਹੈ। ਅਤੇ ਇਹ ਸਿੱਖਿਆ ਸੰਸਥਾਵਾਂ ਇਹ ਇਸ ਕਰਕੇ ਕਰਦੀਆਂ ਹਨ ਕਿਉਂਕਿ ਉਹਨਾਂ ਨੇ ਇਹਨਾਂ ਮਲਟੀਨੇਸ਼ਨਲ ਕੰਪਨੀਆਂ ਅਤੇ ਸਰਮਾਏਦਾਰ ਦੇਸ਼ਾਂ ਤੋਂ ਪੈਸਾ ਲੈਣਾ ਹੁੰਦਾ ਹੈ। ਅਖੀਰਲਾ ਜਿਹੜਾ ਇੱਥੇ ਵਿਸ਼ਾ ਹੈਗਾ ਸੰਸਾਰ ਦਾ ਸੰਚਾਲਕ ਕਾਰਪੋਰੇਟ ਜਗਤ। ਇਹ ਬੜਾ ਮਹੱਤਵਪੂਰਨ ਮਸਲਾ ਹੈ। ਅਜੋਕੇ ਦੌਰ ਵਿੱਚ ਵੀ ਇਹਦੀ ਬਹੁਤ ਚਰਚਾ ਹੈ ਕਿ ਕਾਰਪੋਰੇਟ ਜਗਤ ਹੈ ਜਿਹੜਾ ਉਹ ਸਾਰੇ ਸੰਸਾਰ ਨੂੰ ਚਲਾ ਰਿਹਾ, ਨਾ ਕਿ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤੀ। ਸੋ ਵਿਦਿਆਰਥੀਓ, ਇਸ ਲੇਖ ਨੂੰ ਆਪਾਂ ਚੰਗੀ ਤਰ੍ਹਾਂ ਪੜ੍ਹ ਲਿਆ ਹੈ, ਇਸ ਦੇ ਸਾਰੇ ਵਿਸ਼ਿਆਂ ਨੂੰ ਵੀ ਜਾਣ ਲਿਆ ਹੈ।
ਇੱਥੇ ਮੈਂ ਜਿਹੜਾ ਇਹ ਆਖਰੀ ਪੁਆਇੰਟ ਖਾਲੀ ਛੱਡਿਆ ਹੈ, ਇਸ ਦਾ ਕਾਰਨ ਇਹ ਹੈ ਕਿ ਮੈਂ ਚਾਹੁੰਦਾ ਹਾਂ ਵਿਦਿਆਰਥੀ ਖੁਦ ਵੀ ਆਪਣੇ ਵੱਲੋਂ ਕੋਈ ਨਵੇਂ ਵਿਸ਼ੇ ਲੱਭ ਕੇ ਤੇ ਇੱਥੇ ਲਿਖ ਸਕਣ। ਸੋ ਬੱਚਿਓ, ਜਦੋਂ ਤੁਸੀਂ ਇਸ ਲੇਖ ਨੂੰ ਪੜ੍ਹੋਗੇ, ਇਹਨਾਂ ਵਿਸ਼ਿਆਂ ਤੋਂ ਬਿਨਾਂ ਹੋਰ ਵਿਸ਼ੇ ਲੱਭਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਵਿਸ਼ਿਆਂ ਨੂੰ ਆਪਣੇ ਪ੍ਰਸ਼ਨਾਂ ਦੇ ਉੱਤਰ ਜਾਂ ਆਪਣੇ ਜ਼ਿਹਨ ਵਿੱਚ ਭਰਨ ਦੀ ਕੋਸ਼ਿਸ਼ ਕਰੋ। ਬੱਚਿਓ, ਜਲਦੀ ਹੀ ਆਪਾਂ ਅਗਲੇ ਲੇਖ ਉੱਤੇ ਚਰਚਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।